ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਏ ਹਾਂ। ਜਿਵੇਂ ਕਿ ਅਸੀਂ ਤੁਹਾਡੇ ਕੋਲ ਨਵੀਂ ਤੋਂ ਨਵੀਂ ਕੰਟਰੀ ਲੈ ਕੇ ਆਉਂਦੇ ਹਾਂ, ਉਹਨਾਂ ਦੀ ਇਮੀਗ੍ਰੇਸ਼ਨ ਦੇ ਰੂਲਸ ਕੀ ਨੇ, ਕਿਸ ਤਰ੍ਹਾਂ ਤੁਸੀਂ ਸਟੱਡੀ ਵੀਜ਼ਾ ਲੈ ਸਕਦੇ ਹੋ, ਕਿਸ ਤਰ੍ਹਾਂ ਹਰ ਇੱਕ ਕੰਟਰੀ ਦੇ ਵਿੱਚ ਅਲੱਗ-ਅਲੱਗ ਟਾਈਪ ਦੇ ਜਿਹੜੇ ਕੋਰਸਿਸ ਅਵੇਲੇਬਲ ਹੁੰਦੇ ਨੇ ਔਰ ਕੀ ਤੁਹਾਨੂੰ ਬੈਨੀਫਿਟਸ ਹੁੰਦੇ ਨੇ ਉਹਨਾਂ ਕੋਰਸਿਸ ਦੇ, ਕਿਸ ਤਰ੍ਹਾਂ ਦਾ এনवायरमेंट ਰਹਿੰਦਾ ਕਿਸੇ ਕੰਟਰੀ ਦੇ ਵਿੱਚ ਔਰ ਕੀ ਬੈਨੀਫਿਟਸ ਨੇ ਤੁਹਾਨੂੰ ਜਾਣ ਦੇ, ਕਿਹੜੀ ਕੰਟਰੀ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਨਾਲ ਜਾ ਸਕਦੇ ਹੋ ਜਾਂ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਜਿਹੜਾ ਹੈ ਆਪਣੀ ਫੈਮਿਲੀ ਨੂੰ ਨਹੀਂ ਲੈ ਕੇ ਜਾ ਸਕਦੇ ਹੋ। ਕਿਉਂਕਿ ਹਰ ਰੋਜ਼ ਸਾਨੂੰ ਇਨਕੁਆਇਰੀਜ਼ ਆਉਂਦੀਆਂ ਨੇ, ਹਰ ਰੋਜ਼ ਸਾਡੇ ਕੋਲ ਕਾਲਸ ਆਉਂਦੀਆਂ ਨੇ। ਹਰ ਇੱਕ ਜਿਹੜਾ ਸਟੂਡੈਂਟ ਹੈ ਉਹਦਾ ਅਲੱਗ-ਅਲੱਗ ਤਰੀਕੇ ਦਾ ਉਹਦਾ ਐਜੂਕੇਸ਼ਨ ਹੈਗੀ ਹੈ, ਹਰ ਅਲੱਗ-ਅਲੱਗ ਤਰੀਕੇ ਦਾ ਉਹਦਾ ਇੰਟਰਸਟ ਹੈਗਾ ਕਿ ਉਹਨੇ ਕਿਹੜੀ ਕੰਟਰੀ ਲਈ ਜਾਣਾ। ਤੇ ਜਿਹੜੀ ਕੰਟਰੀ ਦੀ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਇੱਕ ਤਰ੍ਹਾਂ ਦਾ ਜਿਹੜਾ ਮੈਂ ਕਹਾਂਗਾ ਕਿ ਦੁਨੀਆ ਦਾ ਇੱਕ ਸਵਰਗ ਵੀ ਹੈਗਾ, ਕਿਉਂਕਿ ਖੁਦ ਮੈਂ 2-3 ਵਾਰੀ ਵਿਜ਼ਿਟ ਕੀਤਾ ਹੈ ਔਰ ਮੈਨੂੰ ਬਹੁਤ ਹੀ ਬਿਊਟੀਫੁਲ ਕੰਟਰੀ ਉਹ ਲੱਗਦਾ ਹੈ ਔਰ ਜਿਸ ਦਾ ਨਾਮ ਜਿਹੜਾ ਨਿਊਜ਼ੀਲੈਂਡ ਹੈਗਾ। ਅਗਰ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਅੱਜ ਦਾ ਟੌਪਿਕ ਜਿਹੜਾ ਤੁਹਾਡੇ ਲਈ ਹੋ ਸਕਦਾ ਹੈ। ਇਹਨੂੰ ਧਿਆਨ ਨਾਲ ਸੁਣੋ ਕਿਉਂਕਿ ਇੱਕ ਇੱਕ ਚੀਜ਼ ਅਸੀਂ ਜਿਹੜੀ ਪ੍ਰੋਪਰ ਡਿਸਕਸ ਕਰਨੀ ਹੈ ਕਿ ਕਿਸ ਤਰ੍ਹਾਂ ਦੇ ਸਟੂਡੈਂਟ ਜਿਹੜੇ ਉੱਥੇ ਜਾ ਸਕਦੇ ਨੇ, ਕੀ ਬੈਨੀਫਿਟ ਹੋ ਸਕਦੇ ਨੇ ਤੁਹਾਨੂੰ ਔਰ ਕੀ ਤੁਸੀਂ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ। ਤੇ ਅੱਜ ਜਿਹੜੇ ਸਾਡੇ ਕੋਲ ਮੁੱਖ ਮਹਿਮਾਨ ਆਏ ਹੋਏ ਨੇ ਸਾਡੇ ਆਫਿਸ ਦੇ ਵਿੱਚ, ਉਹਨਾਂ ਵਿਜ਼ਿਟ ਕੀਤਾ। ਪਹਿਲਾਂ ਤਾਂ ਅਸੀਂ ਬਹੁਤ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਦੂਸਰੀ ਗੱਲ ਹੈਗੀ ਹੈ ਕਿ ਇਹ ਐਡਵਾਈਜ਼ਰ ਜਿਹੜੇ ਬਹੁਤ ਟਾਈਮ ਤੋਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੇ ਨਾਲ ਜੁੜੇ ਹੋਏ ਨੇ। ਪਿਛਲੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਹੈ ਇਹ ਦੋ ਇੰਸਟੀਚਿਊਟ ਗਵਰਨਮੈਂਟ ਇੰਸਟੀਚਿਊਟ ਨੂੰ ਪ੍ਰਮੋਟ ਕਰ ਰਹੇ ਨੇ ਔਰ ਇਹ ਜਿਹੜੇ ਨੇ ਸੀਨੀਅਰ ਐਡਵਾਈਜ਼ਰ ਹੈਗੇ ਨੇ ਇਹਨਾਂ ਦੋਨੋਂ ਕਾਲਜਸ ਦੇ ਵਿੱਚ। ਪ੍ਰੋਪਰ ਜਿਹੜੇ ਰਿਲੇਸ਼ਨਸ਼ਿਪ ਮੈਨੇਜਰ ਵੀ ਮੈਂ ਕਹਿ ਸਕਦਾ ਹਾਂ ਕਿ ਇਹ ਇੰਡੀਆ ਨੂੰ ਪ੍ਰੋਪਰ ਦੇਖਦੇ ਨੇ, ਇੱਥੇ ਸਾਰੇ ਏਜੰਟਸ ਨਾਲ ਗੱਲਬਾਤ ਕਰਦੇ ਨੇ ਔਰ ਪ੍ਰੋਪਰ ਜਿਹੜਾ ਹੈ ਉਹਨਾਂ ਨੂੰ ਗਾਈਡ ਕਰਦੇ ਨੇ ਕਿ ਕਿਸ ਤਰ੍ਹਾਂ ਸਟੂਡੈਂਟਸ ਨੂੰ ਜਿਹੜਾ ਬੈਸਟ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। ਤੇ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮਿਲਵਾਉਣਾ ਚਾਹਾਂਗਾ ਜੀ ਪਰਮਦੀਪ ਜੀ ਨਾਲ, ਜੋ ਤੁਹਾਨੂੰ ਪ੍ਰੋਪਰ ਦੱਸਣਗੇ ਕਿ ਕੀ ਨਿਊਜ਼ੀਲੈਂਡ ਬਾਰੇ ਜਿਹੜਾ ਕਿਸ ਤਰ੍ਹਾਂ ਦਾ ਅੱਜ ਕੱਲ੍ਹ ਵੀਜ਼ਾ ਰੇਸ਼ੀਓ ਹੈਗਾ ਹੈ ਜਾਂ ਕੀ ਨਿਊਜ਼ੀਲੈਂਡ ਦੇ ਵਿੱਚ ਕਿਉਂ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ ਐਂਡ ਥੈਂਕ ਯੂ ਵੈਰੀ ਮੱਚ ਗੁਰਤੇਜ ਸਰ ਦਾ ਵੀ ਉਹਨਾਂ ਨੇ ਅੱਜ ਇੱਥੇ ਬੁਲਾਇਆ। ਤੁਹਾਨੂੰ ਜਿਵੇਂ ਹੁਣ ਪਤਾ ਨਿਊਜ਼ੀਲੈਂਡ ਬਾਰੇ ਗੱਲ ਹੁੰਦੀ ਹੈਗੀ, ਜਦੋਂ ਨਿਊਜ਼ੀਲੈਂਡ 2.5 ਕੁ ਸਾਲ ਬੰਦ ਰਿਹਾ ਸੀਗਾ, ਉਹਨਾਂ ਨੇ ਕੋਵਿਡ ਨੂੰ ਪੂਰਾ ਇਰੈਡੀਕੇਟ ਹੀ ਕਰਤਾ ਸੀਗਾ ਤੇ ਉਹਨਾਂ ਨੇ ਉੱਥੇ ਉਸ ਕੋਵਿਡ ਦੇ ਟਾਈਮ ਵੀ ਸਾਰੇ ਇੰਟਰਨੈਸ਼ਨਲ ਸਟੂਡੈਂਟ ਦਾ ਬਹੁਤ ਧਿਆਨ ਰੱਖਿਆ ਵੀ ਉਹਨਾਂ ਨੇ ਹਰ ਇੱਕ ਸਟੂਡੈਂਟ ਨੂੰ 80% ਆਫ ਸੈਲਰੀ ਘਰ ਬੈਠੇ ਬੈਠੇ ਦਿੱਤੀ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਫੁੱਲ ਟਾਈਮ ਅਲਾਓ ਕਰਤਾ ਜੇ ਉਹ ਐਸੈਂਸ਼ੀਅਲ ਸਕਿੱਲ ਏਰੀਆ 'ਚ ਕੰਮ ਕਰ ਰਹੇ ਹੈ। ਫਿਰ ਲਾਸਟ ਅਕਤੂਬਰ 'ਚ ਉਹਨਾਂ ਨੇ ਪਾਲਿਸੀ ਕੱਢੀ ਵੀ ਜਿਹਦੇ 'ਚ 1.5 ਲੱਖ ਬੱਚਿਆਂ ਦੀ PR ਹੋ ਗਈ ਤੇ ਉਹਦੇ ਨਾਲ ਇੱਕ ਬੜਾ ਪੋਜ਼ੀਟਿਵ ਵਰਡ ਆ ਮਾਊਥ ਖੁੱਲਿਆ ਤੇ ਹੁਣ ਨਿਊਜ਼ੀਲੈਂਡ ਪੂਰੀ ਤਰ੍ਹਾਂ ਖੁੱਲਿਆ ਹੋਇਆ ਤੇ ਅਸੀਂ ਵੀ ਸਾਰੇ ਬੰਦਿਆਂ ਨਾਲ ਜਿਹੜੇ ਅੱਛੇ ਏਜੰਟ ਹੈਗੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਬੱਚਿਆਂ ਨੂੰ ਕਿਵੇਂ ਆਪਾਂ ਸਹੀ ਰਾਹ ਦਿਖਾਈਏ ਤੇ ਕਿਵੇਂ ਇੱਕ ਵਧੀਆ ਕੰਟਰੀ ਨਿਊਜ਼ੀਲੈਂਡ ਦੀ ਅਸੀਂ ਪ੍ਰਮੋਟ ਕਰਨਾ ਸ਼ੁਰੂ ਕੀਤਾ। ਤੇ ਨਿਊਜ਼ੀਲੈਂਡ ਦੀ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਥੋੜ੍ਹੀ ਜਿਹੀ ਹੋਰ ਗੱਲਾਂ, ਨਿਊਜ਼ੀਲੈਂਡ ਹੈਗਾ ਜੀ ਲੀਸਟ ਕਰਪਟ ਕੰਟਰੀ ਇਨ ਦਾ ਵਰਲਡ, ਇਟਸ ਦਾ ਮੋਸਟ ਪੀਸਫੁਲ ਕੰਟਰੀ ਇਨ ਦਾ ਵਰਲਡ। ਅਨਇੰਪਲੋਇਮੈਂਟ ਇਸ ਟਾਈਮ ਉੱਥੇ ਹੈਗੀ 3.2% ਵਿਚ ਇਜ਼ ਦਾ ਲੋਐਸਟ ਇਨ ਡਿਵੈਲਪਡ ਵਰਲਡ। ਤੇ ਹੁਣੇ ਲਾਸਟ ਵੀਕ ਹੀ ਇੱਕ ਏਅਰ ਕੁਆਲਿਟੀ ਇੰਡੈਕਸ ਆਇਆ ਹੈ ਜਿਹਦੇ 'ਚ ਨਿਊਜ਼ੀਲੈਂਡ ਟੌਪ 5 ਕੰਟਰੀ 'ਚ ਆਇਆ ਪਿਓਰਿਟੀ ਆਫ ਏਅਰ ਦੇ ਹਿਸਾਬ ਨਾਲ। ਬਸ ਸਾਹ ਲੈਣਾ ਆਪਾਂ ਖੁੱਲ੍ਹ ਕੇ ਸਾਹ ਲੈ ਸਕਦੇ ਹਾਂ ਉੱਥੇ ਸਰ। ਬਿਲਕੁਲ ਹਾਂਜੀ। ਜਿਸ ਤਰ੍ਹਾਂ ਦਾ ਪਰਮਦੀਪ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਕਿਸ ਤਰ੍ਹਾਂ ਦਾ ਕੰਟਰੀ ਹੈ, ਬਹੁਤ ਬਿਊਟੀਫੁਲ ਕੰਟਰੀ ਹੈ। ਕਿਉਂਕਿ ਮੈਂ ਖੁਦ 2-3 ਸਿਟੀਜ਼ ਉੱਥੇ ਘੁੰਮਿਆ ਹੈ, ਆਕਲੈਂਡ ਰਿਹਾ ਹੈ, ਉਸ ਤੋਂ ਇਲਾਵਾ ਵੀ ਮੈਂ 2-3 ਸਿਟੀ ਗਿਆ ਜਿੱਥੇ ਮੈਂ ਦੇਖਿਆ ਕਿ ਬਹੁਤ ਹੀ ਨੈਚੁਰਲ এনवायरमेंट ਹੈ ਮੈਂ ਕਹਾਂਗਾ। ਕਿਉਂਕਿ ਜਿਹੜੇ 2-3 ਮੈਂ ਉੱਥੇ ਕਾਲਜਸ ਦੇ ਵਿੱਚ ਵੀ ਵਿਜ਼ਿਟ ਕੀਤਾ ਔਰ ਸਟੂਡੈਂਟ ਨੂੰ ਵੀ ਮਿਲਿਆ ਔਰ ਸਟੂਡੈਂਟ ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਨੂੰ ਜਿਹੜਾ ਰਹਿਣ ਦੇ ਨਾਲ ਜਿਹੜਾ ਕੰਮ ਦੀ ਵੀ ਕੰਡੀਸ਼ਨਸ ਮਿਲਦੀਆਂ ਨੇ ਕਿ ਤੁਸੀਂ ਉੱਥੇ ਰਹਿ ਕੇ ਕੰਮ ਵੀ ਕਰ ਸਕਦੇ ਹੋ, ਨਾਲ ਪੜ੍ਹ ਸਕਦੇ ਹੋ, ਨਾਲ ਕੰਮ ਕਰ ਸਕਦੇ ਹੋ। ਤਾਂ ਅਸੀਂ ਗੱਲ ਕਰਾਂਗੇ ਪਹਿਲਾਂ ਤਾਂ ਉਹਨਾਂ ਸਟੂਡੈਂਟਸ ਦੀ ਜਿਹੜੇ ਸਟੂਡੈਂਟਸ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਕਿ ਉਹਨਾਂ ਨਿਊਜ਼ੀਲੈਂਡ ਦੀ ਕੀ ਰਿਕੁਆਇਰਮੈਂਟ ਹੈਗੀ ਹੈ, ਕਿਸ ਤਰੀਕੇ ਨਾਲ ਉਹ ਬੱਚੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ 12th ਪਾਸ ਕੀਤੀ ਹੈ ਹੁਣੇ ਜਾਂ 2020-21-22 ਚ ਪਾਸ ਆਊਟ ਹੈਗੇ ਨੇ ਔਰ ਉਹਨਾਂ ਦੀ ਆਇਲਟਸ ਸਕੋਰ 6 ਨਾਟ ਲੈਸ ਦੈਨ 5.5 ਹੈਗਾ। ਇਸ ਤੋਂ ਘੱਟ ਵੀ ਤੁਸੀਂ 5.5 ਈਚ 'ਤੇ ਵੀ ਅਪਲਾਈ ਕਰ ਸਕਦੇ ਹੋ, ਬਟ ਵੀਜ਼ਾ ਰੇਸ਼ੋ ਦੇ ਹਿਸਾਬ ਨਾਲ ਮੈਂ ਕਹਾਂ ਤੇ 6 ਨਾਟ ਲੈਸ ਦੈਨ 5.5 ਬੈਟਰ ਆਪਸ਼ਨਸ ਹੈਗੀਆਂ ਨੇ। ਔਰ ਮੈਂ ਜਾਣਨਾ ਚਾਹਾਂਗਾ ਕਿ ਪਹਿਲਾਂ ਤਾਂ ਸਰ ਤੋਂ ਕਿ ਜਿਹੜੇ ਦੋ ਇੰਸਟੀਚਿਊਟ ਨੇ ਉਹਨਾਂ ਬਾਰੇ ਜ਼ਰੂਰ ਦੱਸਣ ਕਿ ਉਹਨਾਂ 'ਚ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈਗੀ ਹੈ। ਜਿਹੜੇ ਪ੍ਰੋਪਰ 12th ਦੇ ਬੱਚੇ ਨੇ ਉਹ 12th ਦੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਅਲੱਗ-ਅਲੱਗ ਪ੍ਰੋਗਰਾਮ ਮਿਲ ਸਕਦੇ ਨੇ ਔਰ ਕੀ ਰਿਕੁਆਇਰਮੈਂਟ ਰਹੇਗੀ ਉਹਨਾਂ ਦੀ ਔਰ ਉਹਨਾਂ ਦੇ ਕੀ ਬੈਨੀਫਿਟਸ ਹੈਗੇ ਨੇ। ਹਾਂਜੀ, ਇਹ ਇੱਕ ਤਾਂ ਇੰਸਟੀਚਿਊਟ ਮੈਂ ਰਿਕਮੈਂਡ ਕਰ ਰਿਹਾ ਟੋਇਹੋਮਾ ਇੰਸਟੀਚਿਊਟ ਆਫ ਟੈਕਨੋਲੋਜੀ, ਦੂਸਰਾ ਹੈਗਾ WITT ਵੈਸਟਰਨ ਇੰਸਟੀਚਿਊਟ ਆਫ ਟੈਕਨੋਲੋਜੀ। ਨਿਊਜ਼ੀਲੈਂਡ 'ਚ ਹੁਣੇ ਕੀ ਹੋਇਆ ਪਿਛਲੇ 2 ਕੁ ਸਾਲਾਂ 'ਚ ਸਾਰੇ 16 ਪੋਲੀਟੈਕਨਿਕ ਸੀਗੇ ਗਵਰਨਮੈਂਟ ਦੇ, ਉਹਨਾਂ ਸਾਰਿਆਂ ਨੂੰ ਮਰਜ ਕਰਕੇ ਉਹਨਾਂ ਨੇ ਇੱਕ 'ਚ ਕਰਤਾ। ਉਹਦਾ ਨਾਮ ਰੱਖਿਆ ਟੀਪੂਕਿੰਗਾ। ਇਹ ਮਾਓਰੀ ਨੇਮ ਹੈ ਤੇ ਇੰਗਲਿਸ਼ ਨੇਮ ਹੈ ਨਿਊਜ਼ੀਲੈਂਡ ਇੰਸਟੀਚਿਊਟ ਆਫ ਸਕਿੱਲਸ ਐਂਡ ਟੈਕਨੋਲੋਜੀ। ਬਾਕੀ ਸਾਰੇ ਅਸੀਂ ਉਹਨਾਂ ਦੇ ਹੁਣ ਬਿਜ਼ਨਸ ਯੂਨਿਟ ਬਣ ਗਏ ਹੈਗੇ ਆ। ਤੇ ਟੋਇਹੋਮਾ ਜਿਹੜਾ ਹੈਗਾ ਉਹ ਵੀ 50 ਸਾਲ ਪੁਰਾਣਾ ਉਹਦਾ ਇੰਸਟੀਚਿਊਟ ਹੈਗਾ, 13,000 ਬੱਚੇ ਪੜ੍ਹਦੇ ਆ। ਉਹਦਾ ਇੱਕ ਕੈਂਪਸ ਹੈ ਰੋਟੋਰਾ 'ਚ, ਇੱਕ ਹੈ ਟੋਰੰਗਾ 'ਚ। ਮੈਂ ਵੀ ਰੋਟੋਰਾ 'ਚ ਰਹਿੰਦਾ। ਇਹਨੂੰ ਕਹਿੰਦੇ ਮੋਸਟ ਬਿਊਟੀਫੁਲ ਸਿਟੀ ਆਫ ਨਿਊਜ਼ੀਲੈਂਡ। 18 ਲੇਕਸ ਨੇ। ਟੋਰੰਗਾ ਇਜ਼ ਦਾ ਫਾਸਟੈਸਟ ਗਰੋਇੰਗ ਸਿਟੀ ਆਫ ਨਿਊਜ਼ੀਲੈਂਡ। ਉੱਥੇ ਸਭ ਤੋਂ ਵੱਡਾ ਸੀ ਪੋਰਟ ਵੀ ਉੱਥੇ ਹੈ। GDP ਗਰੋਥ ਉਹਦੀ ਬਹੁਤ ਜ਼ਿਆਦਾ ਹੈਗੀ ਹੈ।
ਤੇ ਜਿਹੜਾ WITT ਹੈ ਉਹ ਨਿਊ ਪਲਿਮਥ ਹੈ, ਜਿਹਨੂੰ ਲੋਨਲੀ ਪਲੈਨਟ ਨੇ ਬੈਸਟ ਸਿਟੀ ਡਿਕਲੇਅਰ ਕੀਤਾ ਹੈ ਟੂ ਲਿਵ ਇਨ ਬਿਲੋ 100,000 ਪੀਪਲ, ਤੇ ਉਹਦੀ ਸੈਕੰਡ ਹਾਈਐਸਟ GDP ਹੈਗੀ ਹੈ ਨਿਊਜ਼ੀਲੈਂਡ। ਤੇ ਦੋਨੋਂ ਹੀ ਬਹੁਤ ਗਵਰਨਮੈਂਟ ਇੰਸਟੀਚਿਊਟ ਹੈ, ਵਧੀਆ ਵਧੀਆ ਕੋਰਸਿਸ ਹੈ। ਹੁਣ ਜਿਵੇਂ ਸਰ ਨੇ +2 ਦੀ ਗੱਲ ਕੀਤੀ, ਹੁਣ +2 'ਚ ਨਿਊਜ਼ੀਲੈਂਡ ਨੇ ਗ੍ਰੀਨ ਲਿਸਟ ਕੱਢੀ ਹੈ। ਉਹਨਾਂ ਨੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਤੁਸੀਂ ਕੋਈ ਵੀ ਵਿਲੀ ਨਿਲੀ ਕੋਰਸ ਕਰਨ ਨਹੀਂ ਆਉਣਾ, ਤੁਸੀਂ ਉਹੀ ਕੋਰਸ ਕਰਨ ਆਓ ਨਿਊਜ਼ੀਲੈਂਡ ਜਿਹਦੇ ਬਾਅਦ ਉੱਥੇ ਕਾਫੀ ਸਾਰੀਆਂ ਜੌਬਸ ਨੇ, ਤੇ ਉਸੇ ਤੋਂ ਬਾਅਦ ਹੀ ਉਹ ਪੋਸਟ ਸਟੱਡੀ ਵਰਕ ਵੀਜ਼ਾ ਦਿੰਦੇ ਹੈ। ਤੇ ਉਹ ਸਾਰੇ 4 ਇਸ ਟਾਈਮ ਡਿਪਲੋਮਾ ਜਿਹੜੇ ਬੜੇ ਪਪੂਲਰ ਚੱਲ ਰਹੇ ਨੇ, ਨਿਊਜ਼ੀਲੈਂਡ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ, ਨਿਊਜ਼ੀਲੈਂਡ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ। ਇਹ ਨਾਨ ਮੈਡੀਕਲ ਸਟੂਡੈਂਟਸ ਲਈ ਬਹੁਤ ਵਧੀਆ ਹੈਗਾ। 50% ਤੋਂ ਉੱਪਰ ਮਾਰਕਸ ਹੋਣ, 6 ਬੈਂਡ ਵਿਦ ਨੋ ਬੈਂਡ ਲੈਸ ਦੈਨ 5.5 ਜਾਂ PT ਵੀ ਮੰਨਦੇ ਆ, 50 ਵਿਦ ਨੋ ਮੋਡਿਊਲ ਲੈਸ ਦੈਨ 42। ਫਿਰ ਉਸ ਤੋਂ ਬਾਅਦ ਹੈ ਇੱਕ ਨਿਊਜ਼ੀਲੈਂਡ ਡਿਪਲੋਮਾ ਇਨ ਕੰਸਟਰਕਸ਼ਨ ਮੈਨੇਜਮੈਂਟ। ਇਹਦੇ 'ਚ 2 ਸਪੈਸ਼ਲਾਈਜੇਸ਼ਨ ਨੇ, ਕੰਸਟਰਕਸ਼ਨ ਮੈਨੇਜਮੈਂਟ ਦੀਆਂ, ਇੱਕ ਕੁਆਂਟੀਟੀ ਸਰਵੇਇੰਗ ਦੀਆਂ। ਕੰਸਟਰਕਸ਼ਨ ਮੈਨੇਜਮੈਂਟ ਵਾਲਾ ਬੱਚਾ ਕਾਮਰਸ ਵਾਲਾ ਬੱਚਾ ਵੀ ਕਰ ਸਕਦਾ ਹੈ। ਕੁਆਂਟੀਟੀ ਸਰਵੇਇੰਗ 'ਚ ਮੈਂ ਕਹਿੰਦਾ ਮੈਥਸ ਹੋਣਾ ਥੋੜ੍ਹਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹਦੇ 'ਚ ਕੈਲਕੂਲੇਸ਼ਨ ਕਾਫੀ ਨੇ। ਇਹ 2 ਸਾਲ ਦੇ ਡਿਪਲੋਮਾ ਨੇ, ਇਸ ਤੋਂ ਬਾਅਦ 2 ਸਾਲ ਦਾ ਵਰਕ ਵੀਜ਼ਾ ਹੈ। ਤੁਸੀਂ ਬਾਕੀ ਕੋਰਸਿਸ ਲਈ ਵੀ ਅਪਲਾਈ ਕਰ ਸਕਦੇ ਹੋ, ਜਿਵੇਂ ਕੁਕਰੀ ਹੋ ਗਿਆ, ਹਸਪਿਟੈਲਿਟੀ ਹੋ ਗਿਆ, ਬਿਜ਼ਨਸ ਹੋ ਗਿਆ, IT ਹੋ ਗਿਆ। ਇਹਦੇ ਤੁਸੀਂ ਆ ਸਕਦੇ ਹੋ, ਵੀਜ਼ਾ ਵੀ ਲੱਗ ਸਕਦਾ ਹੈ, ਬਟ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਹੈ। ਉਹ ਕੋਰਸਿਸ ਤੋਂ ਬਾਅਦ ਜੇ ਤੁਹਾਨੂੰ ਡਾਇਰੈਕਟ ਕੋਈ ਜੌਬ ਮਿਲਦੀ ਹੈਗੀ ਹੈ, ਤੁਸੀਂ ਅਕ੍ਰੈਡਿਟਡ ਇੰਪਲੋਇਰ ਵਰਕ ਵੀਜ਼ਾ ਲੈ ਸਕਦੇ ਹੋ, ਬਟ ਪੋਸਟ ਸਟੱਡੀ ਵਰਕ ਵੀਜ਼ਾ ਸਿਰਫ ਇਹ ਜਿਹੜੇ ਮੈਂ ਤੁਹਾਨੂੰ ਪਹਿਲਾਂ 4 ਦੱਸੇ ਹੈ, ਇਲੈਕਟ੍ਰੀਕਲ, ਸਿਵਲ, ਕੁਆਂਟੀਟੀ ਸਰਵੇਇੰਗ, ਕੰਸਟਰਕਸ਼ਨ ਮੈਨੇਜਮੈਂਟ, ਇਹਦੇ 'ਚ ਹੀ ਹੈਗਾ। ਅੱਛਾ, ਤੇ ਜੇਕਰ ਅਸੀਂ ਗੱਲ ਕਰੀਏ ਜਿਹੜੇ ਸਟੂਡੈਂਟ ਬੈਚਲਰ ਲਈ ਜਾ ਰਹੇ ਨੇ, ਇਟ ਮੀਨਸ ਕਿ +2 ਤੋਂ ਬਾਅਦ ਉਹਨਾਂ ਡਾਇਰੈਕਟ ਬੈਚਲਰ ਲਈ ਲੈਵਲ 7 ਲਈ ਜਾ ਰਹੇ ਨੇ, ਕੀ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਆਫਟਰ ਗ੍ਰੈਜੂਏਸ਼ਨ? ਬੈਚਲਰ 'ਚ ਕੋਈ ਉਹ ਡਿਫਰੈਂਸ਼ੀਏਸ਼ਨ ਨਹੀਂ ਕੀਤੀ। ਤੁਸੀਂ ਕੋਈ ਵੀ ਬੈਚਲਰ ਕਰੋ, 3 ਸਾਲ ਦੀ ਡਿਗਰੀ ਕਰੋਗੇ ਤੇ ਤੁਹਾਨੂੰ 3 ਸਾਲ ਦਾ ਵਰਕ ਵੀਜ਼ਾ ਹੈ। ਅਗਰ ਤੁਹਾਨੂੰ ਕੋਈ ਕ੍ਰਾਸ ਕ੍ਰੈਡਿਟ ਮਿਲ ਜਾਂਦਾ, ਤੁਸੀਂ 2 ਸਾਲ ਦੀ ਬੈਚਲਰ ਕੀਤੀ ਤੇ ਤੁਹਾਨੂੰ 2 ਸਾਲ ਦਾ ਵਰਕ ਵੀਜ਼ਾ ਹੈਗਾ। 6 ਬੈਂਡ ਜਿਹਦੇ ਵਿੱਚ ਨੋ ਬੈਂਡ ਲੈਸ ਦੈਨ 5.5 PT ਵੀ ਚੱਲਦਾ ਹੈ। ਹੁਣ ਕਾਮਰਸ ਵਾਲਿਆਂ ਲਈ ਸਾਡੇ ਕੋਲ ਹੈਗੀ ਹੈ ਬੈਚਲਰ ਆਫ ਅਕਾਊਂਟਿੰਗ, ਬੈਚਲਰ ਆਫ ਅਪਲਾਈਡ ਮੈਨੇਜਮੈਂਟ, ਤੇ ਉਹਦੇ 'ਚ ਅਗਲੇ ਸਪੈਸ਼ਲਾਈਜੇਸ਼ਨ ਹੈਗੀਆਂ HR, ਪ੍ਰੋਜੈਕਟ ਮੈਨੇਜਮੈਂਟ, ਆਪਰੇਸ਼ਨ ਮੈਨੇਜਮੈਂਟ ਐਕਸੈਟਰਾ। ਫਿਰ ਉਸ ਤੋਂ ਬਾਅਦ ਇਹਦੇ 'ਚ ਸਾਡੇ ਕੋਲ ਇੱਕ ਆਪਸ਼ਨ ਹੈਗੀ ਹੈ 5.5 ਵਾਲੇ ਬੱਚਿਆਂ ਲਈ ਵੀ, ਜਿਹੜੀ ਬਹੁਤ ਵਧੀਆ ਆਪਸ਼ਨ ਹੈ, ਕਿਉਂਕਿ 5.5 ਵਾਲਾ ਬੱਚਾ ਨਾ ਆਸਟ੍ਰੇਲੀਆ ਜਾ ਸਕਦਾ ਹੈ ਨਾ ਕੈਨੇਡਾ ਜਾ ਸਕਦਾ ਹੈ। ਲੇਕਿਨ ਨਿਊਜ਼ੀਲੈਂਡ ਸਾਡੇ ਕੋਲ D2D ਆਪਸ਼ਨ ਹੈਗੀ ਹੈ, ਲੈਵਲ 5 ਡਿਪਲੋਮਾ ਲੀਡਿੰਗ ਔਨ ਟੂ ਡਿਗਰੀ। ਉਹਦੇ 'ਚ ਕੀ ਲੈਵਲ 5 ਜਿਹੜਾ ਡਿਪਲੋਮਾ ਹੁੰਦਾ ਫਸਟ ਈਅਰ ਆਫ ਡਿਗਰੀ ਹੈਗਾ, ਤੇ ਉਹ 5.5 ਤੇ ਤੁਹਾਡੀ ਐਡਮਿਸ਼ਨ ਹੋ ਜਾਏਗੀ। ਉਸ ਤੋਂ ਬਾਅਦ ਜਦੋਂ ਐਂਡ ਆਫ ਦੀ ਈਅਰ ਤੁਹਾਨੂੰ ਇੱਕ ਵਾਰੀ ਹੋਰ IELTS ਜਾਂ PT ਦੇਣਾ ਪਏਗਾ। 6 ਬੈਂਡ ਲੋਗੇ, ਸਿੱਧਾ ਤੁਸੀਂ ਸੈਕੰਡ ਈਅਰ ਜਾਓਗੇ। ਫਿਰ 2 ਸਾਲ ਦੀ ਤੁਹਾਡੀ ਡਿਗਰੀ ਹੋਈ, 2 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ। ਇਹ ਬੜੀ ਵਧੀਆ ਆਪਸ਼ਨ ਹੈਗੀ ਹੈ 5.5 ਬੱਚਿਆਂ ਲਈ। ਤੁਹਾਡਾ ਕੋਈ ਐਕਸਟਰਾ ਟਾਈਮ ਵੀ ਨਹੀਂ ਲੱਗ ਰਿਹਾ, ਤੁਹਾਡੇ ਸੇਮ ਅਮਾਊਂਟ ਆ ਪੈਸੇ ਲੱਗਣੇ ਹੈਗੇ, ਕੋਈ ਐਕਸਟਰਾ ਪੈਸੇ ਨਹੀਂ ਹੈਗੇ, ਬਟ 5.5 ਤੇ ਵੀ ਤੁਸੀਂ ਜਾ ਸਕਦੇ ਹੋ। ਇੱਦਾਂ ਹੀ ਆਰਟਸ ਵਾਲੇ ਬੱਚਿਆਂ ਲਈ ਹੈਗਾ ਬੈਚਲਰ ਆਫ ਹਸਪਿਟੈਲਿਟੀ ਐਂਡ ਟੂਰਿਜ਼ਮ। ਇਹਦੇ ਵੀ ਸਾਡੇ ਕੋਲ 5.5 ਲਈ ਆਪਸ਼ਨ ਹੈਗੀ ਲੈਵਲ 5 ਹਸਪਿਟੈਲਿਟੀ ਲੀਡਿੰਗ ਔਨ ਟੂ ਬੈਚਲਰ ਡਿਗਰੀ। ਨਾਨ ਮੈਡੀਕਲ ਬੱਚਿਆਂ ਲਈ ਬੈਚਲਰ ਆਫ ਅਪਲਾਈਡ ਇਨਫੋਰਮੇਸ਼ਨ ਟੈਕਨੋਲੋਜੀ ਹੈਗਾ। ਇਹਦੇ 'ਚ ਵੀ ਸਾਡੇ ਕੋਲ ਆਪਸ਼ਨ ਹੈਗੀ ਹੈ ਲੈਵਲ 5 IT ਦਾ ਡਿਪਲੋਮਾ ਲੀਡਿੰਗ ਔਨ ਟੂ ਬੈਚਲਰ। 5.5 ਵਾਲਾ ਵੀ ਆ ਸਕਦਾ ਹੈ। ਬਾਕੀ 6 ਬੈਂਡ ਦੇ ਬੱਚਿਆਂ ਦੇ ਹੈਗੇ ਉਹ ਬੈਚਲਰ ਆਫ ਸਿਵਲ ਇੰਜੀਨੀਅਰਿੰਗ ਵੀ ਕਰ ਸਕਦੇ ਹੈ, ਬੈਚਲਰ ਆਫ ਮਕੈਨੀਕਲ ਇੰਜੀਨੀਅਰਿੰਗ ਵੀ ਕਰ ਸਕਦੇ ਹੈਗੇ। ਤੇ ਇੱਦਾਂ ਹੀ ਹੋ ਗਿਆ। ਫਿਰ ਬੱਚੇ ਹੋ ਗਏ ਤੁਹਾਡੇ ਕੋਲ ਬਾਇਓਲੋਜੀ ਵਾਲੇ, ਉਹ ਸਾਡੇ ਕੋਲ ਸਭ ਤੋਂ ਵਧੀਆ ਆਪਸ਼ਨ ਹੈ ਬੈਚਲਰ ਆਫ ਨਰਸਿੰਗ। ਉਹ 6.5 ਈਚ ਚਾਹੀਦਾ ਹੁੰਦਾ ਹੈਗਾ। ਜੇ ਤੁਹਾਡਾ 6 ਵਿਦ ਨੋ ਬੈਂਡ ਲੈਸ ਦੈਨ 5.5 ਹੈ, ਉਹ ਫਿਰ ਹੋਰ ਇੰਸਟੀਚਿਊਟ ਹੈਗੇ ਜਿਵੇਂ ਵਿੰਟੈਕ ਹੈਗਾ, ਉਹਦੇ ਕੋਲ ਬੈਚਲਰ ਆਫ ਟੈਕਨੋਲੋਜੀ ਬਹੁਤ ਵਧੀਆ, ਜਿਵੇਂ ਫੂਡ ਟੈਕਨੋਲੋਜੀ ਵਗੈਰਾ ਸਪੈਸ਼ਲਾਈਜੇਸ਼ਨ ਹੈ। ਮਤਲਬ ਨਿਊਜ਼ੀਲੈਂਡ 'ਚ ਇਹ ਚੀਜ਼ ਬੜੀ ਧਿਆਨ ਰੱਖਣੀ ਹੈ, ਪ੍ਰੋਗਰਾਮ ਹੈਜ਼ ਟੂ ਬੀ ਰੈਲੀਵੈਂਟ ਟੂ ਯੂਰ ਬੈਕਗਰਾਊਂਡ ਐਂਡ ਇਟ ਹੈਜ਼ ਟੂ ਬੀ ਅ ਪ੍ਰੋਗਰੈਸ਼ਨ। 3 ਸਾਲ ਦੀ ਡਿਗਰੀ, 3 ਸਾਲ ਦਾ ਵਰਕ ਵੀਜ਼ਾ। ਜੇ ਤੁਹਾਨੂੰ ਕ੍ਰਾਸ ਕ੍ਰੈਡਿਟ ਜਾਂ ਲੈਵਲ 5 ਲੀਡਿੰਗ ਔਨ ਟੂ ਡਿਗਰੀ ਕੀਤੀ, ਫਿਰ 2 ਸਾਲ ਦਾ ਵਰਕ ਵੀਜ਼ਾ ਮਿਲਦਾ ਹੈਗਾ। ਤੇ ਉਹਦੇ 'ਚ ਉਹਨੂੰ ਪੋਸਟ ਸਟੱਡੀ ਵਿੱਚ ਤੁਹਾਨੂੰ ਕੋਈ ਜੌਬ ਮਿਲਦੀ ਹੈਗੀ ਹੈ, ਫਿਰ ਤੁਹਾਡੀ PR ਦੀ ਐਲੀਜੀਬਿਲਿਟੀ ਬਣ ਜਾਂਦੀ ਹੈ ਅੰਡਰ ਸਕਿੱਲ ਮਾਈਗ੍ਰੈਂਟ ਕੈਟੇਗਰੀ। ਤੇ ਤੁਹਾਨੂੰ ਪਤਾ ਪੜ੍ਹਾਈ ਦੇ ਨਾਲ ਨਾਲ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋ ਨਿਊਜ਼ੀਲੈਂਡ। ਹੁਣ 1 ਅਪ੍ਰੈਲ ਤੋਂ ਮਿਨੀਮਮ ਵੇਜ ਨਿਊਜ਼ੀਲੈਂਡ 'ਚ ਹੋ ਗਈ ਹੈ $22.70। ਇਹ ਬੜੀ ਕਿਸੇ ਵੀ ਕੰਟਰੀਆਂ 'ਚ ਇੰਨਾ ਜ਼ਿਆਦਾ ਪੈਸੇ ਨਹੀਂ ਮਿਲਦੇ ਤੇ ਜੈਨੂਅਨ ਮਿਲਣਗੇ। ਇੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਕੋਈ ਮਾਈਗ੍ਰੈਂਟ ਐਕਸਪਲੋਇਟੇਸ਼ਨ ਨਹੀਂ ਹੈ। ਤੁਹਾਨੂੰ $22.70 ਘੰਟੇ ਦਾ ਮਿਲੇਗਾ ਹੀ ਮਿਲੇਗਾ। 20 ਘੰਟੇ ਬੱਚੇ ਕੰਮ ਕਰਕੇ $400-450 ਕਮਾ ਲੈਂਦੇ ਆ। ਫਿਰ ਉਸ ਤੋਂ ਬਾਅਦ ਟਰਮ ਬ੍ਰੇਕ, ਸਮੈਸਟਰ ਬ੍ਰੇਕ, ਸਮਰ ਬ੍ਰੇਕ, ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਤੇ ਇਸ ਟਾਈਮ ਕੰਮ ਵੀ ਬਹੁਤ ਹੈ। ਮੈਨੂੰ ਦੱਸਿਆ ਅਨਇੰਪਲੋਇਮੈਂਟ ਇਜ਼ ਓਨਲੀ 3.2%। ਇੱਕ ਬੰਦੇ ਕੋਲ 3 ਨੌਕਰੀਆਂ ਇਸ ਟਾਈਮ ਨਿਊਜ਼ੀਲੈਂਡ ਵਿੱਚ। ਹਾਂ ਬਿਲਕੁਲ, ਦੇਖੋ ਜਿਸ ਤਰ੍ਹਾਂ ਪਰਮਜੀਤ ਜੀ ਨੇ ਦੱਸਿਆ ਕਿ ਮੈਂ ਕੈਨੇਡਾ ਤੋਂ ਮੈਨੂੰ ਬਹੁਤ ਸਾਰੇ ਬੱਚਿਆਂ ਦੀ ਕਾਲਸ ਆਉਂਦੀਆਂ ਰਹਿੰਦੀਆਂ ਨੇ, ਔਰ ਉੱਥੇ ਡਿਸਕਸ ਹੁੰਦਾ ਹੈ ਕਿ ਦੇਖੋ ਉਹਨਾਂ ਦੀ ਜਿਹੜੀ ਵੇਜ ਰੇਟ ਹੈ ਉਹ ਕਾਫੀ ਹਾਈ ਹੁੰਦੀ ਹੈ, ਬਟ ਐਕਚੁਅਲ 'ਚ ਉਹਨਾਂ ਨੂੰ ਮਿਲਦਾ ਕੁਝ ਹੋਰ ਹੈ। ਤਾਂ ਇਹ ਬਹੁਤ ਜ਼ਿਆਦਾ ਇਸ਼ੂ ਰਹਿੰਦਾ। ਜਿਵੇਂ ਨਿਊਜ਼ੀਲੈਂਡ ਦੇ ਵਿੱਚ ਦੱਸਿਆ ਗਿਆ ਕਿ ਤੁਹਾਨੂੰ $22 ਹੈ ਤਾਂ $22 ਹੀ ਮਿਲਣਗੇ। ਤਾਂ ਇਟ ਮੀਨਸ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਇੱਕ ਪੂਰੀ ਹੈਲਪ ਹੋ ਜਾਂਦੀ ਹੈ ਕਿ ਤੁਸੀਂ ਆਪਣਾ ਜਿਹੜਾ ਰੋਜ਼ਾਨਾ ਦੇ ਖਰਚੇ ਨੇ, ਤੁਸੀਂ ਤੁਹਾਡਾ ਆਉਣ ਜਾਣ ਦਾ ਖਰਚਾ ਹੈ, ਤੁਹਾਡਾ ਬੱਸ ਦਾ ਖਰਚਾ ਹੈ, ਜਾਂ ਕੋਈ ਤੁਹਾਡੇ ਪਾਸ ਦਾ ਹੋਰ ਖਰਚਾ ਹੈ, ਛੋਟੇ ਮੋਟੇ ਰੈਂਟ ਹੈਗੇ ਨੇ, ਉਹ ਤੁਸੀਂ ਆਪਣੇ ਕੋਲੋਂ ਪੇ ਕਰ ਸਕਦੇ ਹੋ। ਵੈਸੇ ਤਾਂ ਦੇਖੋ ਤੁਹਾਨੂੰ ਜਿਹੜੀ ਨਿਊਜ਼ੀਲੈਂਡ ਗਵਰਨਮੈਂਟ ਹੈਗੀ ਆ ਉਹ ਤੁਹਾਡੇ ਲਈ ਸਪੈਸ਼ਲ ਜਿਹੜਾ ਇੱਕ FTS ਪ੍ਰੋਗਰਾਮ ਹੁੰਦਾ ਹੈ, ਜਾਂ ਉਹ ਤੁਸੀਂ ਤੁਹਾਨੂੰ ਕਈ ਵਾਰੀ ਅਡੋਪਟ ਕਰਨਾ ਪੈਂਦਾ, ਜਿਹਦੇ ਤੁਸੀਂ ਆਪਣੇ ਲਿਵਿੰਗ ਦਾ ਪੈਸਾ ਜਿਹੜਾ ਨਾਲ ਲੈ ਕੇ ਜਾਂਦੇ ਹੋ।
ਹੋ, ਜਿਸ ਨੂੰ ਅਸੀਂ ਫੰਡ ਦੀ ਗੱਲ ਕਰਦੇ ਹਾਂ ਅਸੀਂ, ਕਿਉਂਕਿ ਦੇਖੋ ਹਰ ਇੱਕ ਵੀਜ਼ਾ ਲਈ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਤੁਹਾਡੇ ਕੋਲ ਫੰਡ, ਸੋਲਿਡ ਫੰਡ ਹੋਣੇ ਚਾਹੀਦੇ ਆ ਜਿਸ ਦੇ ਬੇਸ ਤੇ ਤੁਹਾਨੂੰ ਇੱਕ ਵੀਜ਼ਾ ਮਿਲਦਾ ਹੈ। ਤਾਂ ਇਸ ਕਰਕੇ ਅਗਰ +2 ਬੱਚਾ ਹੈ ਜਾਂ ਗ੍ਰੈਜੂਏਟ ਹੈ, ਉਸ ਤੋਂ ਬਾਅਦ ਉਹ ਅਪਲਾਈ ਕਰਨਾ ਚਾਹੁੰਦਾ ਜਾਂ ਬੇਸ਼ੱਕ ਆਪਣੇ ਸਪਾਊਸ ਦੇ ਨਾਲ ਅਪਲਾਈ ਕਰਨਾ ਚਾਹੁੰਦਾ ਜਾਂ ਬੱਚੇ ਨਾਲ ਅਪਲਾਈ ਕਰਨਾ ਚਾਹੁੰਦਾ ਹੈ, ਤਾਂ ਅਸੀਂ ਉਹਦੇ ਲਈ ਵੀ ਡਿਸਕਸ ਕਰਾਂਗੇ ਕਿ ਫੰਡ ਜਿਹੜੀ ਦੀ ਉਹਦੀ ਕੈਲਕੂਲੇਸ਼ਨ ਕਿਵੇਂ ਹੁੰਦੀ ਹੈ, ਕਿਉਂਕਿ ਜਿਹੜੇ ਫੰਡਸ ਨੇ ਉਹ ਪਰ ਈਅਰ ਐਕਸਪੈਂਸਿਸ ਦੇ ਹਿਸਾਬ ਨਾਲ ਕੈਲਕੂਲੇਟ ਹੁੰਦੇ ਨੇ ਕਿ ਤੁਸੀਂ ਅਗਰ 3 ਸਾਲ ਦੀ ਡਿਗਰੀ ਲਈ ਜਾਣਾ ਹੈ ਤਾਂ ਤੁਹਾਡੇ ਕੋਲ 3 ਸਾਲ ਦੇ ਫੰਡ ਕਿੰਨੇ ਹੋਣੇ ਚਾਹੀਦੇ, 2 ਸਾਲ ਦੇ ਡਿਪਲੋਮਾ ਲਈ ਜਾਣਾ ਹੈ ਤਾਂ 2 ਸਾਲ ਦੇ ਡਿਪਲੋਮਾ ਲਈ ਕਿੰਨੇ ਫੰਡ ਹੋਣੇ ਚਾਹੀਦੇ ਆ, ਪਲੱਸ ਲਿਵਿੰਗ ਐਕਸਪੈਂਸਿਸ ਪਲੱਸ ਜਿਹੜੇ ਤੁਹਾਡੇ ਨੇ 1 ਈਅਰ ਦੀ ਟਿਊਸ਼ਨ ਫੀਸ, ਇਹ ਦੋਨੋਂ ਕੈਲਕੂਲੇਟ ਕਰਕੇ ਜਿਹੜਾ ਹੈ ਤੁਹਾਡਾ ਟੋਟਲ ਬਣਦਾ ਹੈ ਕਿ ਤੁਸੀਂ ਫੰਡ ਕਿੰਨਾ ਸ਼ੋਅ ਕਰਨਾ ਹੈ ਜਾਂ ਕਿੰਨਾ ਫੰਡ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਕਿਉਂਕਿ ਨਿਊਜ਼ੀਲੈਂਡ ਫੰਡ ਨੂੰ ਲੈ ਕੇ ਬਹੁਤ ਮੈਂ ਕਹਾਂਗਾ ਕਿ ਪ੍ਰੋਪਰ ਤਰੀਕੇ ਨਾਲ ਚੈਕਿੰਗ ਹੈ ਉਹਦੇ 'ਚ ਕਿ ਜਿਹੜੇ ਸਟੂਡੈਂਟਸ ਜਾ ਰਹੇ ਨੇ ਉਹਨਾਂ ਨੂੰ ਜੈਨੂਅਨ ਫੰਡ ਦੀ ਲੋੜ ਹੈਗੀ ਹੈ ਔਰ ਪ੍ਰੋਪਰ ਜਿਹੜਾ ਪੈਸਾ ਵਿਦ ਪ੍ਰੂਫ ਹੋਣਾ ਚਾਹੀਦਾ ਕਿ ਇਹ ਪੈਸਾ ਕਿੱਥੋਂ ਆਇਆ ਹੈ। ਤੇ ਇਸ ਕਰਕੇ ਮੈਂ ਕਹਾਂਗਾ ਕਿ ਤੁਸੀਂ ਜ਼ਰੂਰ ਥੋੜ੍ਹਾ ਜਿਹਾ ਇਸ ਬਾਰੇ ਵੀ ਚਾਨਣਾ ਪਾਓ ਕਿ ਕਿਸ ਤਰ੍ਹਾਂ ਜਿਹੜਾ ਹੈ ਸਟੂਡੈਂਟ ਇੱਕ ਅੱਛੇ ਤਰੀਕੇ ਨਾਲ ਫਾਈਲ ਲਗਾ ਕੇ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਵੀਜ਼ਾ ਲੈ ਸਕਦਾ ਹੈ ਤਾਂ ਕਿ ਉਹਦਾ ਵੀਜ਼ਾ ਦੀ ਐਪਲੀਕੇਸ਼ਨ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਹੁਣ ਨਿਊਜ਼ੀਲੈਂਡ ਜਿਵੇਂ ਸਰ ਨੇ ਦੱਸਿਆ ਵੀ ਦੇਖੋ 1-2 ਸਾਲ ਦਾ ਗੈਪ ਵੀ ਚੱਲ ਸਕਦਾ ਹੈ, ਜੇ ਉਸ ਤੋਂ ਜ਼ਿਆਦਾ ਗੈਪ ਹੁੰਦਾ ਹੈਗਾ ਤੁਹਾਡੇ ਕੋਲ ਵੈਰੀਫਾਈਬਲ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਮੇਨ ਚੀਜ਼ ਹੈ ਤੁਹਾਡਾ ਜਿਹੜਾ ਪ੍ਰਾਈਮ ਮੋਟਿਵ ਹੈ ਉਹ ਐਜੂਕੇਸ਼ਨ ਹੋਣਾ ਚਾਹੀਦਾ ਹੈ। ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ। ਸਾਨੂੰ ਉਹ ਵੀ ਨਹੀਂ ਫਰਕ ਪੈਂਦਾ ਵੀ ਜੇ ਤੁਸੀਂ ਆਸਟ੍ਰੇਲੀਆ ਤੋਂ ਰਿਜੈਕਟ ਹੋ, ਕੈਨੇਡਾ ਤੋਂ ਰਿਜੈਕਟ ਹੋ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ, ਬਟ ਐਜ਼ ਲੌਂਗ ਐਜ਼ ਤੁਸੀਂ ਕੋਈ ਫਰੋਜੂਲੈਂਟ ਕੰਮ ਕਰਕੇ ਰਿਜੈਕਸ਼ਨ ਨਾ ਹੋਈ ਹੋਏ ਤੇ ਤੁਹਾਡੇ ਐਕੈਡੈਮਿਕਸ ਅੱਛੇ ਹੋਣ। ਤੇ ਉਹਦੇ ਜਿਵੇਂ ਹੁਣ ਸਰ ਨੇ ਦੱਸਿਆ 3 ਸਾਲ ਦੇ ਕੋਰਸ ਲਈ ਆਉਣਾ ਹੈ, ਤੁਹਾਨੂੰ 24 ਲੱਖ ਰੁਪਏ 6 ਮਹੀਨੇ ਪੁਰਾਣਾ ਦਿਖਾਉਣਾ ਪਏਗਾ। ਜੇ ਤੁਹਾਡੇ ਕੋਲ ਰੀਸੈਂਟ ਫੰਡ ਹੈ ਤਾਂ ਉਹਦਾ ਸੋਰਸ ਹੋਣਾ ਚਾਹੀਦਾ ਹੈ ਤੇ ਸੈਕਿੰਡ ਐਂਡ ਥਰਡ ਈਅਰ ਤੁਸੀਂ ਪਲਾਨ ਦਿਖਾ ਸਕਦੇ ਹੋ ਜਾਂ ਤੁਸੀਂ ਬੈਂਕ ਤੋਂ ਲੋਨ ਲੈ ਸਕਦੇ ਹੈਗੇ ਹੋ। ਤੇ ਬੈਂਕ ਅੱਜ ਕੱਲ੍ਹ ਐਜੂਕੇਸ਼ਨ ਲੋਨ ਵੀ ਦਿੰਦਾ ਹੈ, ਲੋਨ ਅਗੇਂਸਟ ਪ੍ਰੋਪਰਟੀ ਵੀ ਦਿੰਦਾ ਹੈ, ਕਈ ਵਾਰੀ ਪਰਸਨਲ ਲੋਨ ਵੀ ਜੇ ਤੁਹਾਡਾ ਕੋਈ ਘਟਦਾ ਹੋਏ ਪਰਸਨਲ ਲੋਨ ਲੈ ਕੇ ਵੀ ਤੁਹਾਡਾ ਕੰਮ ਹੋ ਸਕਦਾ ਹੈ। ਤੇ ਲੋਕਲ ਜਿਹੜੇ ਰਹਿੰਦੇ ਹੋਣ ਪੇਰੈਂਟਸ, ਗ੍ਰੈਂਡ ਪੇਰੈਂਟਸ ਤੇ ਸਿਬਲਿੰਗ, ਬ੍ਰਦਰ ਸਿਸਟਰ, ਉਹ ਸਪੋਂਸਰ ਕਰ ਸਕਦੇ ਹੈਗੇ ਤੁਹਾਨੂੰ, ਲੇਕਿਨ ਤੁਸੀਂ ਮੇਕ ਸ਼ੋਰ ਕਰਨਾ ਵੀ ਫੰਡ ਸਾਰੇ ਫਿਰ ਇੱਕੋ ਅਕਾਊਂਟ 'ਚ ਦਿਖਾਓ ਕਿਉਂਕਿ ਉਹ ਮਲਟੀਪਲ ਅਕਾਊਂਟ ਨਹੀਂ ਮੰਨਦੇ। ਤੇ ਕਾਫੀ ਕੇਸਿਸ ਮੈਂ ਇਹ ਵੀ ਦੇਖਿਆ ਹੈਗਾ, ਇਹ ਇਮੀਗ੍ਰੇਸ਼ਨ ਦੀ ਹੱਥ 'ਚ ਹੁੰਦਾ ਥੋੜ੍ਹਾ ਜਿਹਾ ਵੀ ਜੇ ਤੁਹਾਡਾ ਕੋਈ ਫਸਟ ਕਜ਼ਨ, ਫਸਟ ਰਿਲੇਟਿਵ ਨਿਊਜ਼ੀਲੈਂਡ, ਆਸਟ੍ਰੇਲੀਆ ਰਹਿੰਦਾ ਹੈਗਾ ਤੇ ਉਹਦੇ ਵੀ ਕਈ ਵਾਰੀ ਫੰਡਸ ਮੰਨ ਸਕਦੇ ਆ ਅਗਰ ਤੁਸੀਂ ਉਹਦਾ ਰਿਲੇਸ਼ਨਸ਼ਿਪ ਪ੍ਰੂਫ ਕਰ ਦਿਓ। ਲੇਕਿਨ ਇੱਕ ਚੀਜ਼ ਪੁਆਇੰਟ ਨਿਊਜ਼ੀਲੈਂਡ 'ਚ ਹੋ ਰਿਹਾ, ਉਹਨਾਂ ਨੇ ਵੀਜ਼ਾ ਆਫਿਸਰਸ ਨੂੰ ਕਾਫੀ ਡਿਸਕ੍ਰਿਸ਼ਨ ਦਿੱਤੀਆਂ ਹੋਈਆਂ ਕਿਉਂਕਿ ਉਹ ਇਹ ਕਹਿੰਦੇ ਆ ਵੀ ਵੀਜ਼ਾ ਆਫਿਸਰ ਹੈਜ਼ ਟੂ ਬੀ ਸੈਟਿਸਫਾਈਡ ਦੈਟ ਯੂ ਹੈਵ ਇਨਫ ਫੰਡਸ to sustain yourself in New Zealand. If they haven't got enough information, they can ask for detailed information also from you or from your authorized agent. ਸੋ ਇਹ ਤੁਸੀਂ ਦੇਖ ਕੇ ਚੱਲਣਾ ਵੀ ਜਿਹੜਾ ਵੀ ਹੋਏ ਜੈਨੂਅਨ ਕੰਮ ਹੋਣਾ ਚਾਹੀਦਾ। ਨਿਊਜ਼ੀਲੈਂਡ ਕੋਈ ਫਰੋਜੂਲੈਂਟ ਕੰਮ ਨਹੀਂ ਚੱਲਦਾ ਹੈਗਾ ਵੀ ਜਿਹੜੇ ਜੈਨੂਅਨ ਬੱਚੇ ਅੱਛੀ ਇੰਟੈਂਸ਼ਨ ਨਾਲ ਪੜ੍ਹਾਈ, ਉਹਨਾਂ ਦਾ ਪ੍ਰਾਈਮ ਮੋਟਿਵ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਅਗਰ ਪੜ੍ਹਾਈ ਤੋਂ ਬਾਅਦ PR ਇਵੈਂਚੁਏਟ ਹੁੰਦੀ ਹੈ, ਵਰਕ ਪਰਮਿਟ ਇਵੈਂਚੁਏਟ ਹੁੰਦਾ ਹੈ, ਉਹ ਸੈਕੰਡਰੀ ਚੀਜ਼ ਹੈ, ਬਟ ਪ੍ਰਾਈਮ ਮੋਟਿਵ ਤੁਹਾਡਾ ਪੜ੍ਹਾਈ ਹੋਣਾ ਚਾਹੀਦਾ ਹੈ। ਤੇ ਇੱਦਾਂ ਜਿਵੇਂ ਕੋਰਸਿਸ ਦੇ ਬਾਰੇ ਸਰ ਅੱਗੇ ਗੱਲ ਕਰਦੇ ਸੀ, ਇੱਕ ਉੱਥੇ ਗ੍ਰੈਜੂਏਟ ਡਿਪਲੋਮਾ ਵੀ ਬੜੇ ਪਪੂਲਰ ਹੁੰਦੇ ਨੇ, ਜਿਵੇਂ ਡਿਗਰੀ ਤੋਂ ਬਾਅਦ ਅਗਰ ਤੁਹਾਡੇ 6.6 ਬੈਂਡ ਹੈਗੇ ਆ ਵਿਦ ਨੋ ਬੈਂਡ ਲੈਸ ਦੈਨ 5.5 ਫਿਰ ਤੁਸੀਂ ਗ੍ਰੈਜੂਏਟ ਡਿਪਲੋਮਾ ਜਾ ਸਕਦੇ ਹੋ। ਗ੍ਰੈਜੂਏਟ ਡਿਪਲੋਮਾ 'ਚ ਵੀ ਗ੍ਰੀਨ ਲਿਸਟ 'ਚ ਹੋਣਾ ਜ਼ਰੂਰੀ ਹੈ ਜੇ ਪੋਸਟ ਸਟੱਡੀ ਵਰਕ ਵੀਜ਼ਾ ਚਾਹੀਦਾ। ਉਹ ਜਿਵੇਂ WITT 'ਚ ਹੈਗਾ ਗ੍ਰੈਡ ਡਿਪ ਇਨ ਹਾਈਵੇ ਇੰਜੀਨੀਅਰਿੰਗ ਵਿਚ ਇਜ਼ ਦਾ ਮੋਸਟ ਪਪੂਲਰ ਪ੍ਰੋਗਰਾਮ ਇਨ ਨਿਊਜ਼ੀਲੈਂਡ। ਉਹ ਐਕਸਟ੍ਰੀਮਲੀ ਸਕਿੱਲ ਸ਼ਾਰਟੇਜ ਏਰੀਆ 'ਚ ਹੈ, ਉਹਦੇ 'ਚ ਸਿਵਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਤੇ BSc ਨਾਨ ਮੈਡੀਕਲ ਵਾਲਾ ਬੱਚਾ ਆ ਸਕਦਾ ਹੈਗਾ। ਫਿਰ ਇੱਦਾਂ ਹੀ ਹੈਗਾ ਗ੍ਰੈਜੂਏਟ ਡਿਪਲੋਮਾ ਇਨ ਕੰਸਟਰਕਸ਼ਨ ਪ੍ਰੋਜੈਕਟ ਮੈਨੇਜਮੈਂਟ, ਉਹ ਯੂਨੀਟੈਕ ਕੋਲ ਹੈਗਾ, ਉਹਦੇ ਸਿਵਲ ਇੰਜੀਨੀਅਰ ਤੇ ਆਰਕੀਟੈਕਟ ਨੂੰ ਲੈਂਦੇ ਆ। ਇੱਦਾਂ ਹੀ ਗ੍ਰੈਜੂਏਟ ਡਿਪਲੋਮਾ ਇੱਕ ਟੋਇਓਮਾ 'ਚ ਬੜਾ ਪਪੂਲਰ ਹੈ, ਗ੍ਰੈਡ ਡਿਪ ਇਨ ਹੈਲਥ ਐਂਡ ਰਿਹੈਬਿਲਿਟੇਸ਼ਨ। ਉਹ ਹੁਣ ਗ੍ਰੀਨ ਲਿਸਟ ਤਾਂ ਨਹੀਂ ਹੈ ਬਟ ਉਹਦੇ ਇੰਪਲੋਇਮੈਂਟ ਆਊਟਕਮ ਬਹੁਤ ਵਧੀਆ ਹੈ ਕਿਉਂਕਿ ਉਹਦੇ ਸਾਰੇ GNM ਵਾਲੀ ਨਰਸ ਵੀ ਆ ਸਕਦੀ ਹੈ, BSc ਨਰਸ ਵੀ ਆ ਸਕਦੀ ਹੈਗੀ ਹੈ, ਫਿਜ਼ੀਓਥੈਰੇਪਿਸਟ, ਫਾਰਮਾਸਿਸਟ, ਮਾਈਕਰੋਬਾਇਓਲੋਜਿਸਟ, BDS, MBBS, ਆਯੁਰਵੈਦਿਕ ਡਾਕਟਰ, ਹੋਮੋਪੈਥਿਕ ਡਾਕਟਰ ਸਾਰੇ ਆ ਸਕਦੇ 6 ਬੈਂਡ ਤੇ। ਤੇ ਉਹ ਕੋਰਸ ਕਰਨ ਤੋਂ ਬਾਅਦ ਮੈਕਸਿਮਮ ਲੋਕਾਂ ਨੂੰ ਤਾਂ ਜੌਬ ਮਿਲ ਜਾਏਗੀ ਕਿਸੇ ਨਾ ਕਿਸੇ ਜਗ੍ਹਾ ਪਬਲਿਕ ਹੈਲਥ ਵਿੱਚ, ਕਿਉਂਕਿ ਇਸ ਟਾਈਮ ਬਹੁਤ ਸਾਰੀਆਂ ਜੌਬ ਹੈ। 1% ਅਗਰ ਜੌਬ ਨਹੀਂ ਮਿਲਦੀ ਫਿਰ ਉਹਨਾਂ ਕੋਲ ਆਪਸ਼ਨ ਹੋ ਜਾਂਦੀ ਹੈ ਜਾਂ ਪੋਸਟ ਗ੍ਰੈਜੂਏਟ ਕਰ ਲੈਣ ਜਾਂ ਮਾਸਟਰ ਕਰ ਲੈਣ। ਪੋਸਟ ਗ੍ਰੈਜੂਏਟ ਕਰਾਂਗੇ ਤਾਂ 1 ਸਾਲ ਦਾ ਵਰਕ ਪਰਮਿਟ ਮਿਲੂਗਾ, ਮਾਸਟਰ ਕਰਾਂਗੇ ਤਾਂ 18 ਮਹੀਨੇ। ਤੇ ਇੱਕ ਗਵਰਨਮੈਂਟ ਦਾ ਰੂਲ ਹੈ ਤੁਸੀਂ 6 ਬੈਂਡ ਤੇ ਆ ਸਕਦੇ ਹੋ ਗ੍ਰੈਡ ਡਿਪ ਕਰਨ ਤੋਂ ਬਾਅਦ, ਤੁਹਾਨੂੰ ਦੁਬਾਰਾ IELTS ਜਾਂ PT ਰਿਪੀਟ ਨਹੀਂ ਕਰਨਾ ਪੈਂਦਾ, ਤੁਹਾਡੀ ਸਿੱਧੀ ਐਡਮਿਸ਼ਨ ਹੋ ਜਾਏਗੀ। ਹਾਂ, ਉੱਦਾਂ ਜੇ ਡਾਇਰੈਕਟ ਜਾਣਾ ਹੈ PG ਜਾਂ ਮਾਸਟਰ ਤੁਹਾਨੂੰ 6.5 ਬੈਂਡ ਚਾਹੀਦਾ ਹੁੰਦਾ ਹੈਗਾ। ਬਟ ਅਗਰ ਕੋਈ PG ਲਈ ਬੱਚਾ ਆ ਰਿਹਾ ਔਰ PG ਤੋਂ ਬਾਅਦ ਉਹ ਮਾਸਟਰ ਨਾਲ ਲੈ ਲੈਂਦਾ ਹੈ, ਮਤਲਬ ਇਕੱਠੀ ਕੰਬਾਈਨ ਚੀਜ਼ਾਂ ਦੋਨੋਂ ਪੋਸੀਬਲ ਹੈ ਔਰ ਉਸ ਤੋਂ ਬਾਅਦ ਵਰਕ ਪਰਮਿਟ ਮਿਲ ਸਕਦਾ ਅਗਰ ਕੋਈ ਬੱਚਾ ਬਿਜ਼ਨਸ 'ਚ ਜਾਂ ਕਿਸੇ ਹੋਰ ਚੀਜ਼ 'ਚ? ਉਹ ਮਿਨੀਮਮ ਜਿਹੜੀ ਮਾਸਟਰ ਆ 1 ਸਾਲ ਦੀ ਹੋਣੀ ਚਾਹੀਦੀ ਹੈ ਤਾਂ ਪੋਸੀਬਲ ਹੈਗਾ। ਮੈਕਸਿਮਮ ਤੇ ਹੁੰਦਾ ਬੱਚਾ ਜਿਵੇਂ 50% ਮਾਰਕਸ ਹੈਗੇ ਡਿਗਰੀ ਤੇ ਉਹ 1 ਸਾਲ 6.5 ਬੈਂਡ ਹੈਗੇ, 1 ਸਾਲ ਦੀ ਪੋਸਟ ਗ੍ਰੈਜੂਏਟ ਕਰੇਗਾ। ਕੋਈ ਵੀ ਪੋਸਟ ਗ੍ਰੈਜੂਏਟ ਕਰ ਲੇ ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ, ਬੇਸ਼ੱਕ ਉਹ ਕਿਸੇ ਵੀ ਸਟਰੀਮ ਦਾ ਹੋਵੇ, ਬੇਸ਼ੱਕ ਬਿਜ਼ਨਸ ਹੋਵੇ ਚਾਹੇ। ਸਾਡੇ ਕੋਲ ਉੱਦਾਂ ਹੈਗੀਆਂ ਜਿਵੇਂ ਹੁਣ IT ਵਾਲਾ ਬੱਚਾ ਪੋਸਟ ਗ੍ਰੈਜੂਏਟ IT 'ਚ ਕਰੂਗਾ, ਉਹਦੇ ਅਲੱਗ-ਅਲੱਗ ਸਪੈਸ਼ਲਾਈਜੇਸ਼ਨ ਹੈ। ਮੈਨੇਜਮੈਂਟ ਵਾਲਾ ਮੈਨੇਜਮੈਂਟ ਕਰੂਗਾ, ਹਸਪੀਟਲ ਵਾਲਾ ਹਸਪੀਟਲ ਕਰੂਗਾ, ਹੈਲਥ ਬੈਕਗਰਾਊਂਡ ਵਾਲੇ ਪੋਸਟ ਗ੍ਰੈਜੂਏਟ ਇਨ ਮੈਨੇਜਮੈਂਟ ਸਪੈਸ਼ਲਾਈਜੇਸ਼ਨ ਹੈਲਥ ਕਰ ਲੈਣਗੇ। ਤੇ ਇੱਦਾਂ ਹੀ ਬੈਕਗਰਾਊਂਡ ਵਾਲੇ ਬੱਚੇ
18 ਮਹੀਨੇ ਦੀ ਮਾਸਟਰ ਵੀ ਕਰ ਸਕਦੇ ਆ। ਮਾਸਟਰ ਲਈ ਸਿਰਫ ਇਹ ਹੈ ਸਾਨੂੰ 65% ਮਾਰਕਸ ਚਾਹੀਦੇ ਹੁੰਦੇ ਡਿਗਰੀ 'ਚ, ਲੇਕਿਨ ਉਹਦਾ ਐਡਵਾਂਟੇਜ ਇਹ ਹੈ 18 ਮਹੀਨੇ ਦੀ ਮਾਸਟਰ, 3 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ, ਐਂਡ ਐਜ਼ ਪਰ ਇਮੀਗ੍ਰੇਸ਼ਨ ਰੂਲ ਤੇ ਸਪਾਊਸ ਨੂੰ ਫੁੱਲ ਟਾਈਮ ਵਰਕ ਵੀਜ਼ਾ ਮਿਲਦਾ ਹੈ, ਐਂਡ ਇਫ ਯੂ ਹੈਵ ਐਨੀ ਕਿਡਸ 5 ਈਅਰ ਐਂਡ ਅਬਵ ਤੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਿੰਗ ਫ੍ਰੀ ਹੋ ਜਾਂਦੀ ਹੈ। ਤੇ ਇੱਦਾਂ ਹੀ ਸਰ ਕੋਲ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਇਹਨਾਂ ਦੇ ਪੈਨਲ ਤੇ ਜਿਹੜੇ ਸਾਰੇ ਸਪਾਊਸ ਵੀਜ਼ਾ ਕਰਾਉਂਦੇ ਆ। ਹੁਣ ਸਪਾਊਸ ਨਿਊਜ਼ੀਲੈਂਡ 'ਚ ਕਿਸੇ ਵੀ ਕੋਰਸ ਜਾ ਸਕਦਾ ਹੈ, ਬਾਕੀ ਸਾਰੇ ਕੋਰਸਿਸ 'ਚ ਉਹਨੂੰ ਵਿਜ਼ਟਰ ਵੀਜ਼ਾ ਮਿਲੂਗਾ, ਲੇਕਿਨ ਜਿਹੜਾ ਗ੍ਰੀਨ ਲਿਸਟ ਵਾਲਾ ਗ੍ਰੈਜੂਏਟ ਡਿਪਲੋਮਾ ਹੈ, ਜਿਵੇਂ ਹਾਈਵੇ ਇੰਜੀਨੀਅਰਿੰਗ ਤੁਹਾਨੂੰ ਦੱਸਿਆ ਸੀ, ਤਾਂ ਜਿੰਨੀਆਂ ਮਾਸਟਰਸ ਹੈਗੀਆਂ, ਕੋਈ ਵੀ ਮਾਸਟਰ ਹੋਏ, 18 ਮਹੀਨੇ ਦੀ ਮਾਸਟਰ ਹੋਏ ਚਾਹੇ 1 ਸਾਲ ਦੀ ਮਾਸਟਰ ਹੋਏ, ਉਹਦੇ 'ਚ ਉਹਨੂੰ ਵਰਕ ਪਰਮਿਟ ਮਿਲਦਾ ਹੈਗਾ। ਇੱਦਾਂ ਹੀ ਸਾਡੇ ਕੋਲ ਬੜੀ ਇੰਟਰਸਟਿੰਗ ਮਾਸਟਰ ਹੈ ਜਿਹੜੇ MBA ਤੇ MCOM ਵਾਲੇ ਬੱਚਿਆਂ ਲਈ, ਉਹ ਹੈਗੀ ਮਾਸਟਰ ਆਫ ਮੈਨੇਜਮੈਂਟ ਐਂਡ ਰਿਸਰਚ। ਉਹ 1 ਸਾਲ ਦੀ ਮਾਸਟਰ ਹੈ, ਉਹਦੇ ਸਟੂਡੈਂਟ ਵੀ ਫੁੱਲ ਟਾਈਮ ਕੰਮ ਕਰ ਸਕਦਾ ਹੈ, ਤੇ ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈਗਾ। ਉਹਦੀ ਫੀਸ ਵੀ ਸਾਰੀ $27,000 ਹੈ। ਉਹ ਬੜਾ ਇਕਨੋਮਿਕਲ ਵੇ ਆਫ ਹੈਵਿੰਗ ਗੈਟਿੰਗ ਏ ਮਾਸਟਰ ਹੈ। ਉਹ ਦੈਟ ਇਜ਼ ਲਾਈਕ ਅ ਫਸਟ ਈਅਰ ਆਫ PhD। ਦੇਖੋ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ ਸਾਡੇ ਕੋਲ ਜਿਹੜੇ ਆਸਟ੍ਰੇਲੀਆ 'ਚ ਜਿਹੜੇ ਸਪਾਊਸ ਨਾਲ ਨਹੀਂ ਜਾ ਪਾ ਰਹੇ, ਕਿਉਂਕਿ ਤੁਹਾਨੂੰ ਪਤਾ ਰੂਲ ਬਹੁਤ ਸਖਤ ਹੈਗੇ ਨੇ, ਜਾਂ ਕੈਨੇਡਾ ਵਿੱਚ ਜਾਣਾ ਚਾਹੁੰਦੇ ਨੇ ਤੇ ਆਫਟਰ 3 ਮੰਥ ਬਾਅਦ ਉਹਨਾਂ ਦਾ ਵੀਜ਼ਾ ਅਪਲਾਈ ਹੁੰਦਾ ਹੈ, ਜਾਂ ਹੋਰ ਲੰਬਾ ਟਾਈਮ ਲੱਗ ਸਕਦਾ, ਕਈ ਵਾਰੀ ਸਾਲ ਸਪਾਊਸ ਦਾ ਵੀਜ਼ਾ ਨਹੀਂ ਆਉਂਦਾ। ਪਰ ਨਿਊਜ਼ੀਲੈਂਡ ਦੇ ਵਿੱਚ ਕੀ ਹੈ ਕਿ ਅਗਰ ਤੁਸੀਂ ਨਾਲ ਦੀ ਨਾਲ ਅਪਲਾਈ ਕਰਨਾ, ਤੁਸੀਂ ਲੈਵਲ 8 ਦੇ ਵਿੱਚ ਜਾ ਰਹੇ ਹੋ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਸਾਰੀ ਫੈਮਿਲੀ ਨੂੰ ਵੀਜ਼ਾ ਮਿਲ ਜਾਏਗਾ। ਪਰ ਲੈਵਲ 8 'ਚ ਜਾਂ ਲੈਵਲ 9 'ਚ ਜਾਣਾ ਜ਼ਰੂਰੀ ਹੈ। ਲੈਵਲ 9 'ਚ ਜਿਵੇਂ ਸਰ ਨੇ ਦੱਸਿਆ ਕਿ ਅਗਰ ਤੁਸੀਂ ਲੈਵਲ 9 'ਚ ਜਾਂਦੇ ਹੋ ਤਾਂ 100% ਤੁਹਾਨੂੰ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ। ਬਟ ਲੈਵਲ 8 'ਚ ਜਿਹੜੇ ਗ੍ਰੀਨ ਲਿਸਟ ਵਿੱਚ ਪ੍ਰੋਗਰਾਮ ਨੇ ਉਹਨਾਂ 'ਚ ਹੀ ਮਿਲੇਗਾ। ਤਾਂ ਇਸ ਕਰਕੇ ਜਿਹੜੇ ਵੀ ਬੱਚੇ ਜਿਹੜੇ ਨੇ ਆਪਣੀ ਫੈਮਿਲੀ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਚਾਹੁੰਦੇ ਨੇ, ਕਿਉਂਕਿ ਤੁਹਾਨੂੰ 1 ਸਾਲ ਦਾ ਉਸ ਤੋਂ ਬਾਅਦ ਕੰਮ ਕਰਨ ਨੂੰ ਟਾਈਮ ਮਿਲ ਰਿਹਾ, ਤੁਸੀਂ ਕਿਸੇ ਵੀ ਇੰਪਲੋਇਰ ਕੋਲ ਕੰਮ ਕਰਦੇ ਹੋ, ਤੁਹਾਨੂੰ ਚੰਗਾ ਲੱਗਦਾ, ਹੋ ਸਕਦਾ ਇੰਪਲੋਇਰ ਨੂੰ ਤੁਸੀਂ ਵਧੀਆ ਲੱਗੋ ਔਰ ਤੁਹਾਨੂੰ ਉਸ ਤੋਂ ਬਾਅਦ ਸਪਾਂਸਰਸ਼ਿਪ ਮਿਲ ਜੇ, ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣੀ PR ਐਲੀਜੀਬਲ ਹੋ ਜਾਓ, ਜਾਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਆ ਤੁਸੀਂ ਉੱਥੋਂ ਅਗਰ ਕੱਲ੍ਹ ਨੂੰ PR ਤੋਂ ਬਾਅਦ ਵੀ ਇੱਕ ਬਹੁਤ ਵਧੀਆ ਗੱਲ ਹੈ, ਮੈਂ ਕਹਿਣੀ ਚਾਹਾਂਗਾ ਕਿ ਬਹੁਤ ਸਾਰੇ ਸਟੂਡੈਂਟ ਨੂੰ ਮੈਂ ਜਾਣਦਾ ਕਿ ਜੇ ਉਹਨਾਂ ਨੂੰ ਨਿਊਜ਼ੀਲੈਂਡ ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਚੰਗਾ ਨਹੀਂ ਲੱਗਦਾ ਤਾਂ ਉਹ ਆਸਟ੍ਰੇਲੀਆ ਵੀ ਮੂਵ ਹੋ ਸਕਦੇ ਆ। ਤੇ ਇਸ ਕਰਕੇ ਤੁਸੀਂ ਇੱਕ ਕੰਟਰੀ ਦਾ ਨਹੀਂ ਸਮਝੋ ਕਿ ਤੁਸੀਂ 2 ਕੰਟਰੀ ਦਾ ਵੀਜ਼ਾ ਲੈ ਕੇ ਜਾ ਰਹੇ ਹੋ, ਕਿਉਂਕਿ ਤੁਸੀਂ ਨਿਊਜ਼ੀਲੈਂਡ PR ਹੋ ਗਏ ਜਾਂ ਆਸਟ੍ਰੇਲੀਆ PR ਹੋ ਗਏ ਤਾਂ ਤੁਸੀਂ ਸਮਝ ਲਓ ਨਿਊਜ਼ੀਲੈਂਡ PR ਹੋ ਗਏ, ਤੁਸੀਂ ਆਸਟ੍ਰੇਲੀਆ ਵੀ PR ਹੋ ਗਏ, ਤੇ ਮਤਲਬ ਦੋਨੋਂ ਹੀ ਕੰਟਰੀ ਦੀ ਤੁਹਾਨੂੰ ਜਿਹੜੀ ਹੈ PR ਮਿਲ ਰਹੀ ਹੈ। ਕੁਝ ਕੁ ਉਹਦੇ 'ਚ ਬੈਨੀਫਿਟਸ ਦਾ ਫਰਕ ਰਹਿੰਦਾ ਮੇਰੇ ਖਿਆਲ, ਮਤਲਬ ਉਹਦੇ 'ਚ ਇਹ ਹੁੰਦਾ ਉੱਥੇ ਜਾ ਕੇ ਤੁਹਾਨੂੰ ਅਪਲਾਈ ਕਰਨੀ ਪੈਂਦੀ ਹੈ, ਬਟ ਕਾਫੀ ਹੱਦ ਤੱਕ ਇਹ ਹੁੰਦਾ ਜੇ ਤੁਹਾਡੇ ਕੋਲ ਜਦੋਂ ਸਿਟੀਜ਼ਨਸ਼ਿਪ ਆ ਜਾਂਦੀ ਹੈ ਫਿਰ ਤੁਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਹੋ, ਉਹਦੇ ਲਈ ਤੁਹਾਨੂੰ ਕੋਈ ਵੀਜ਼ਾ ਨਹੀਂ ਲੈਣਾ ਹੁੰਦਾ, ਫਿਰ ਜੌਬ ਮਿਲ ਜਾਂਦੀ ਹੈ। ਲੇਕਿਨ ਉੱਥੋਂ ਦੀ PR ਤੁਹਾਨੂੰ ਦੁਬਾਰਾ ਅਪਲਾਈ ਕਰਨੀ ਪੈਂਦੀ ਹੈ। ਇਹ 2012 'ਚ ਉਹਨਾਂ ਨੇ ਰੂਲ ਚੇਂਜ ਕੀਤੇ ਸੀ। ਬਟ ਮੇਰੇ ਕਹਿਣ ਦਾ ਮਤਲਬ ਹੈ ਮੈਨੂੰ 26 ਸਾਲ ਹੋ ਗਏ ਨਿਊਜ਼ੀਲੈਂਡ, ਇੱਕ ਵਾਰੀ ਤੁਸੀਂ ਨਿਊਜ਼ੀਲੈਂਡ ਆ ਗਏ ਨਾ, ਤੁਹਾਡਾ ਛੱਡਣ ਦਾ ਦਿਲ ਕਿਸੇ ਦਾ ਨਹੀਂ ਕਰਨਾ। ਇਹ ਸੱਚ ਇੱਕ ਕਲੀਨ ਗ੍ਰੀਨ ਕੰਟਰੀ, ਜਿਵੇਂ ਮੈਂ ਕਹਿੰਦਾ ਨਿਊਜ਼ੀਲੈਂਡ ਦੀ ਗ੍ਰੀਨਰੀ ਇਜ਼ ਲਸ਼ ਗ੍ਰੀਨ, ਆਸਟ੍ਰੇਲੀਆ ਦੀ ਜਿਹੜੀ ਗ੍ਰੀਨਰੀ ਵੀ ਹੈ ਉਹ ਥੋੜੀ ਡਲ ਗ੍ਰੀਨ ਹੈ, ਤੇ ਇੰਡੀਆ ਦੀ ਗ੍ਰੀਨਰੀ ਥੋੜੀ ਆ ਜਾਂਦੀ ਹੈ ਡਰਟੀ ਗ੍ਰੀਨ, ਕਿਉਂਕਿ ਮਿੱਟੀ ਪਈ ਰਹਿੰਦੀ ਹੈ, ਬਾਰਿਸ਼ ਤੋਂ ਬਾਅਦ ਹੀ ਸਾਫ਼ ਹੁੰਦੀ ਹੈਗੀ ਹੈ। ਬਟ ਉੱਥੇ ਆ ਕੇ ਇੰਨੀ ਹਰਿਆਲੀ ਦੇਖ ਕੇ ਨਾ ਬੰਦੇ ਦਾ ਕਿੱਥੇ ਜਾਣ ਦਾ ਹੀ ਨਹੀਂ ਕਰਦਾ। ਫਿਰ ਪੀਪਲ ਆਰ ਵੈਰੀ ਨਾਈਸ, ਮਤਲਬ ਮੈਂ ਕੋਈ ਉੱਥੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇਖੀ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਅਗਰ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਅੱਛੀ ਹੈ, ਯੂ ਹੈਵ ਅ ਪੋਜ਼ਿਟਿਵ ਐਟੀਟਿਊਡ, ਯੂ ਗੈਟ ਦੀ ਜੌਬ, ਡਜ਼ਨਟ ਮੈਟਰ ਵੈਦਰ ਯੂ ਆਰ ਇੰਡੀਅਨ, ਚਾਈਨੀਜ਼ ਔਰ ਕੋਰੀਅਨ। ਉਸ ਮਾਮਲੇ 'ਚ ਉੱਥੋਂ ਦੇ ਲੋਕ ਬਹੁਤ ਹੀ ਵਧੀਆ ਹੈਗੇ ਹੈ, ਤੇ ਬੰਦਿਆਂ ਨੂੰ ਪੂਰਾ ਸੈਲਰੀ ਮਿਲਦੀ ਹੈ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਗਵਰਨਮੈਂਟ ਬੜਾ ਸਟਰੋਂਗਲੀ ਇਹਨੂੰ ਲੈਂਦੀ ਹੈ ਮਾਈਗ੍ਰੈਂਟ ਐਕਸਪਲੋਇਟੇਸ਼ਨ ਨੂੰ। ਕੋਈ ਅਨੋਨੀਮਸ ਸੈੱਲ ਬਣੇ ਹੋਏ ਜਿੱਥੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਕੰਪਲੇਂਟ ਕਰ ਸਕਦੇ ਹੋ। ਬੜੇ ਬੜੇ ਬੰਦੇ ਜਿਹੜੇ ਆਪਣੇ ਇੰਡੀਅਨ ਕਈ ਗੜਬੜ ਕਰਦੇ ਸੀ, ਉਹਨਾਂ ਨੇ ਸਿਟੀਜ਼ਨਸ਼ਿਪ ਕੈਂਸਲ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਹੈਗਾ। ਤਾਂ ਇਸ ਤਰ੍ਹਾਂ ਦੇਖੋ ਜਿਹੜੀ ਮੇਨ ਚੀਜ਼ ਹੈਗੀ ਨਿਊਜ਼ੀਲੈਂਡ ਦੇ ਵਿੱਚ, ਜਿਸ ਤਰ੍ਹਾਂ ਫੰਡਸ ਬਾਰੇ ਅਸੀਂ ਗੱਲ ਕਰ ਰਹੇ ਸੀ ਕਿ ਫੰਡ ਜਿਹੜੇ ਬਹੁਤ ਇੰਪੋਰਟੈਂਟ ਹੈਗੇ ਨੇ। ਹੁਣ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਰਹਿੰਦੀ ਹੈ, ਕਈ ਵਾਰੀ ਕੀ ਹੁੰਦਾ ਹੈ ਕਿ ਦੇਖੋ ਤੁਹਾਡੇ ਕੋਲ ਕਾਫੀ ਆਪਸ਼ਨਸ ਹੁੰਦੀਆਂ ਨੇ। ਤੁਸੀਂ ਪਹਿਲਾਂ ਆਸਟ੍ਰੇਲੀਆ ਅਪਲਾਈ ਕੀਤਾ, ਆਸਟ੍ਰੇਲੀਆ ਕਈ ਵਾਰੀ ਤੁਹਾਡਾ 4-4 5-5 ਮਹੀਨੇ ਵੀਜ਼ਾ ਨਹੀਂ ਆਉਂਦਾ, ਜਾਂ ਐਂਡ 'ਤੇ ਇਹ ਹੁੰਦਾ ਕਿ 6 ਮਹੀਨੇ ਬਾਅਦ ਤੁਹਾਡੀ ਰਿਫਿਊਜ਼ਲ ਆ ਗਈ, ਪਰ ਤੁਹਾਡਾ ਜਿਹੜਾ ਫੰਡ ਹੈਗਾ ਉਹ ਪੁਰਾਣਾ 6 ਮਹੀਨੇ ਆਲਰੇਡੀ ਹੋ ਚੁੱਕਾ ਹੁੰਦਾ ਹੈ ਉਸ ਟਾਈਮ। ਤੁਸੀਂ ਉਹ ਬੱਚੇ ਵੀ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ। ਤੁਸੀਂ UK ਅਪਲਾਈ ਕੀਤਾ, ਤੁਹਾਡਾ ਬਹੁਤ ਲੰਬਾ ਟਾਈਮ ਲੱਗ ਗਿਆ, ਫੰਡਸ ਤੁਹਾਡੇ ਉੱਦਾਂ ਹੀ ਪਏ ਹੋਏ ਨੇ, ਜਾਂ ਤੁਸੀਂ ਕੈਨੇਡਾ ਅਪਲਾਈ ਕੀਤਾ, ਤੁਹਾਡੀ ਕੈਨੇਡਾ ਤੋਂ ਫੀਸ ਵਾਪਸ ਆ ਰਹੀ ਹੈ, ਤੁਸੀਂ ਕੁਝ ਪੈਸਾ ਆਪਣਾ ਸ਼ੋਅ ਕੀਤਾ ਸੀ, ਉਹ ਤੁਹਾਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਕਲੂਡ ਹੋ ਸਕਦੀਆਂ ਨੇ। ਤੁਹਾਡੀ ਫੀਸ ਕਿਤੋਂ ਵੀ ਰਿਫੰਡ ਆ ਰਹੀ ਹੈ, ਇੰਕਲੂਡ ਹੋ ਸਕਦੀ ਹੈ, ਕਿਉਂਕਿ ਉਹ ਐਜ਼ ਏ ਫੰਡ ਤੁਸੀਂ ਸ਼ੋਅ ਕਰ ਸਕਦੇ ਹੋ। ਔਰ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਗਵਰਨਮੈਂਟ EMPLOYEES ਹੁੰਦੇ ਨੇ, ਔਰ ਉਹਨਾਂ ਦੇ ਬਿਹਾਫ 'ਤੇ ਵੀ ਉਹਨਾਂ ਨੂੰ ਜਿਹੜਾ ਹੈ ਐਜੂਕੇਸ਼ਨ ਲੋਨ ਮਿਲ ਜਾਂਦਾ ਹੈ, ਔਰ ਐਜੂਕੇਸ਼ਨ ਲੋਨ ਐਕਸੈਪਟੇਬਲ ਹੈਗਾ। ਤੁਸੀਂ 1 ਸਾਲ ਦੀ ਫੀਸ ਜਿਹੜੀ ਅਗਰ ਪੇ ਕਰ ਦਿੰਦੇ ਹੋ ਤੇ ਨਾਲ ਤੁਸੀਂ ਐਜੂਕੇਸ਼ਨ ਲੋਨ ਦਿਖਾਉਂਦੇ ਹੋ ਤਾਂ ਉਹ ਵੀ ਇੱਕ ਪੋਸੀਬਿਲਿਟੀ ਹੈਗੀ ਹੈ। ਅੱਛਾ, ਮੈਂ ਬਹੁਤ ਸਾਰੇ ਇੰਸਟੀਚਿਊਟ ਨੂੰ ਦੇਖਿਆ ਇਹ ਵੀ ਹੈ ਸਰ, ਨਿਊਜ਼ੀਲੈਂਡ ਵੈਸੇ ਉੱਦਾਂ ਫੀਸ ਪਹਿਲਾਂ ਪੇ ਕਰਨ ਦੀ ਲੋੜ ਨਹੀਂ ਹੈਗੀ। ਇਹ ਸਭ ਤੋਂ ਵਧੀਆ, ਮੈਨੂੰ ਕਈ ਵਾਰੀ ਇਹ ਪਾਲਿਸੀ ਬਹੁਤ ਵਧੀਆ ਲੱਗਦੀ ਹੈ। ਜਦੋਂ ਤੁਹਾਨੂੰ AIP ਆ ਜਾਏ, ਅਪਰੂਵਲ ਇਨ ਪ੍ਰਿੰਸੀਪਲ, ਉਸ ਤੋਂ ਬਾਅਦ ਹੀ ਫੀਸ ਪੇ ਕਰਨੀ ਹੈ। ਬਟ ਸਰ ਦੇ ਕਹਿੰਦਾ ਵੀ ਕੁਝ ਬੰਦੇ ਅੱਜ ਕੱਲ੍ਹ ਪਹਿਲਾਂ ਵੀ ਪੇ ਕਰ ਰਹੇ ਹੈ, ਉਹ ਥੋੜਾ ਜਿਹਾ ਉਹਦੇ 'ਚ ਉਹਨਾਂ ਦੇ ਚੈੱਕਲਿਸਟ 'ਚ ਇਹੀ ਹੈਗਾ ਵੀ ਉਹਨਾਂ ਦੀ ਪ੍ਰੋਸੈਸਿੰਗ ਥੋੜੀ ਫਾਸਟ ਹੋ ਜਾਏਗੀ, ਤੇ
ਉਹ ਫਿਰ ਤੁਹਾਡੀ ਮਰਜ਼ੀ ਹੈਗੀ ਵੀ ਤੁਸੀਂ ਕਰਨਾ ਹੋਏ, ਬਟ ਇਹ ਫੈਸਿਲਿਟੀ ਹੈਗੀ ਹੈ ਵੀ ਨਾ ਕੋਈ ਪਹਿਲਾਂ FTS ਦੇਣਾ ਹੈ ਤੇ ਨਾ ਪਹਿਲਾਂ ਕੋਈ ਫੀਸ ਦੇਣੀ ਹੈ, ਸਾਰਾ ਕੁਝ ਵੀਜ਼ਾ ਅਪਰੂਵਲ ਤੋਂ ਬਾਅਦ, ਇਸ ਲਈ ਤੁਹਾਡਾ ਕੋਈ ਰਿਸਕ ਕੋਈ ਨਹੀਂ। ਬਿਲਕੁਲ, ਕਿਉਂਕਿ ਤੁਸੀਂ ਹੋਰ ਜਗ੍ਹਾ ਅਪਲਾਈ ਕਰਦੇ ਹੋ, ਤੁਸੀਂ ਆਸਟ੍ਰੇਲੀਆ ਅਪਲਾਈ ਕਰੋ ਜਾਂ ਕੈਨੇਡਾ ਅਪਲਾਈ ਕਰੋ, UK ਅਪਲਾਈ ਕਰੋ, ਅਗਰ ਕਈ ਵਾਰੀ ਵੀਜ਼ਾ ਰਿਫਿਊਜ਼ਲ ਹੋ ਜਾਂਦਾ ਤਾਂ ਤੁਹਾਡਾ ਲੱਖ ਰੁਪਇਆ ਜਾਂ 50,000 ਜਾਂ ਉਸ ਤੋਂ ਜ਼ਿਆਦਾ ਹੀ ਪੈਸਾ ਜਿਹੜਾ ਕੱਟ ਕੇ ਆ ਜਾਂਦਾ ਹੈ, ਕਿਉਂਕਿ ਕਈ ਵਾਰੀ ਡਾਲਰ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਹੈ, ਫਿਰ ਜਦੋਂ ਤੁਸੀਂ ਵਾਪਸ ਆਉਂਦਾ ਤਾਂ ਬਹੁਤ ਘੱਟ ਹੋ ਜਾਂਦਾ ਹੈ। ਤਾਂ ਬਹੁਤ ਬੱਚੇ ਪਰੇਸ਼ਾਨ ਹੁੰਦੇ ਨੇ, ਜੀ ਮੇਰਾ 80,000 ਕੱਟ ਗਿਆ, ਮੇਰਾ 70,000 ਕੱਟ ਗਿਆ। ਤਾਂ ਉਹ ਸਭ ਚੀਜ਼ਾਂ ਤੋਂ ਜਿਹੜਾ ਇੱਥੇ ਡਰਨ ਦੀ ਲੋੜ ਨਹੀਂ ਹੈ ਕਿ ਸਿਰਫ ਤੁਹਾਨੂੰ ਅਜੇ ਸ਼ੋਅ ਕਰਨਾ ਹੈ, ਸਭ ਤੋਂ ਜ਼ਰੂਰੀ ਹੈ ਸ਼ੋਅ ਕਰਨਾ। ਔਰ ਇਨਕਮ ਤੁਹਾਡੇ ਪੇਰੈਂਟਸ ਦੀ ਬੜੀ ਜ਼ਰੂਰੀ ਹੈ, ਕਿਉਂਕਿ ਤੁਹਾਡਾ ਇਨਕਮ ਜਿਹੜੀ ਅਗਰ ਅੱਛੀ ਹੈਗੀ ਆ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤੁਹਾਡੇ ਪੇਰੈਂਟ 10 ਤੋਂ 12 ਲੱਖ ਰੁਪਏ ਇਨਕਮ ਹੈਗੀ ਹੈ ਉਹਨਾਂ ਦੀ ਸਾਲ ਦੀ, ਔਰ ਉਹ ਪੇਰੈਂਟਸ ਜਿਹੜੇ ਹੈਗੇ ਨੇ ਉਹਨੂੰ ਤੁਹਾਨੂੰ ਅਫੋਰਡ ਕਰ ਸਕਦੇ ਨੇ ਕਿ ਕੱਲ੍ਹ ਨੂੰ ਤੁਸੀਂ ਅਗਰ ਉੱਥੇ ਕੰਮ ਨਹੀਂ ਵੀ ਕਰਦੇ, ਇਟ ਮੀਨਸ ਕਿ ਕੰਮ ਚਲੋ ਤੁਹਾਡਾ ਨਾਲ ਦਾ ਗੁਜ਼ਾਰਾ ਹੋ ਜਾਂਦਾ, ਬਟ ਫੀਸਾਂ ਜਿਹੜੀਆਂ ਕੱਢਣੀਆਂ, ਸਾਰੀਆਂ ਫੀਸਾਂ ਜਿਹੜੀਆਂ ਉਹ ਕਈ ਵਾਰੀ ਮੁਸ਼ਕਲ ਹੋ ਜਾਂਦੀਆਂ ਨੇ। ਤਾਂ ਇਸ ਕਰਕੇ ਤੁਹਾਡੇ ਪੇਰੈਂਟਸ ਦੀ ਅਗਰ ਇਨਕਮ ਅੱਛੀ ਹੈਗੀ ਆ ਤਾਂ ਵੀਜ਼ਾ ਆਫਿਸਰ ਜਿਹੜਾ ਹੈ ਉਹ ਕਨਵਿੰਸ ਹੋ ਜਾਂਦਾ ਹੈ ਕਿ ਠੀਕ ਹੈ ਜੀ, ਇਸ ਬੱਚੇ ਨੂੰ ਮੈਂ ਵੀਜ਼ਾ ਦੇਣਾ ਹੈ। ਕਿਉਂਕਿ ਅਗਰ ਤੁਹਾਡੀ ਦੇਖੋ ਹੁਣ 2023 ਦੇ ਵਿੱਚ ਜਿਹੜਾ ਹੈ ਮਾਰਚ ਤੋਂ ਬਾਅਦ ਤੁਸੀਂ ਜਿਹੜੀਆਂ 7 ਲੱਖ ਤੱਕ ਤੁਹਾਡੀ ITR ਜਿਹੜੀ ਭਰ ਸਕਦੇ ਹੋ। ਤਾਂ ਇਸ ਕਰਕੇ ਦੋਨੋਂ ਪੇਰੈਂਟਸ ਦੀ ਅਗਰ ਤੁਸੀਂ ITR ਭਰਦੇ ਹੋ ਤਾਂ ਤੁਹਾਨੂੰ ਇਨਕਮ ਟੈਕਸ ਨਹੀਂ ਲੱਗੇਗਾ 7 ਲੱਖ ਤੋਂ ਨੀਚੇ ਤੱਕ। ਤਾਂ ਤੁਸੀਂ ਅਗਰ 5 ਲੱਖ 6 ਲੱਖ ਆਪਣੇ ਮਦਰ ਦੀ ਭਰਦੇ ਹੋ, ਨਾਲ ਫਾਦਰ ਦੀ ITR ਅੱਛੀ ਹੈਗੀ ਆ, ਤਾਂ ਤੁਹਾਡਾ ਇੱਕ ਸੋਲਿਡ ਕੇਸ ਬਣ ਸਕਦਾ ਹੈ ਕਿ ਉਹਦੇ ਬਿਹਾਫ ਤੇ ਜਿਹੜਾ ਹੈ ਤੁਸੀਂ ਆਪਣਾ ਵੀਜ਼ਾ ਜਲਦੀ ਲੈ ਸਕਦੇ ਹੋ। ਤੁਸੀਂ ਅਗਰ ਕਿਸੇ ਨੂੰ ਪੁਰਾਣਾ ਉਧਾਰ ਦਿੱਤਾ ਹੋਇਆ ਸੀ, ਕੋਈ ਪੈਸਾ ਤੁਹਾਡੇ ਅਕਾਊਂਟ 'ਚੋਂ ਕਿਸੇ ਨੂੰ ਗਿਆ ਔਰ ਉਸੇ ਅਕਾਊਂਟ 'ਚ ਵਾਪਸ ਆ ਰਿਹਾ ਹੈ, ਤਾਂ ਮੇਰੇ ਖਿਆਲ 'ਚ ਉਹ ਵੀ ਜਿਹੜਾ ਅਸੀਂ ਕਰ ਸਕਦੇ ਹਾਂ। ਬਾਕੀ GPF ਦਾ ਜਿਹੜਾ ਪੈਸਾ ਹੈਗਾ ਉਹ ਅਗਰ ਵਿਡਰਾਅ ਕਰ ਸਕਦੇ ਹੋ ਔਰ ਅਕਾਊਂਟ 'ਚ ਟ੍ਰਾਂਸਫਰ ਕਰ ਸਕਦੇ ਹੋ ਤਾਂ ਉਹ ਪੈਸਾ ਵੀ ਜਿਹੜਾ ਤੁਹਾਡਾ ਜਿਹੜਾ ਅਕਾਊਂਟ ਹੋ ਜਾਏਗਾ, ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਤੇ ਇਸ ਕਰਕੇ ਨਿਊਜ਼ੀਲੈਂਡ 'ਚ ਅਗਰ ਅਪਲਾਈ ਕਰਨਾ ਤਾਂ ਬਹੁਤ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਮਿਲ ਸਕਦੀਆਂ ਨੇ। ਤੁਸੀਂ ਸਾਡੀ ਟੀਮ ਨੂੰ ਸੰਪਰਕ ਕਰ ਸਕਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ। ਸਰ ਹਮੇਸ਼ਾ ਨਿਊਜ਼ੀਲੈਂਡ ਹੁੰਦੇ ਨੇ, ਵਿੱਚੋਂ ਕੁਝ ਕਈ ਵਾਰੀ ਸਾਡੇ ਕੋਲ ਆ ਜਾਂਦੇ ਨੇ ਤਾਂ ਬਹੁਤ ਅੱਛਾ ਗਾਈਡ ਕਰਦੇ ਨੇ। ਕਈ ਵਾਰੀ ਕੁਝ ਕੇਸ ਸਾਨੂੰ ਨਹੀਂ ਸਮਝ ਆਉਂਦਾ ਤਾਂ ਅਸੀਂ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਸਰ ਇਹ ਦਿੱਕਤ ਸਾਨੂੰ ਆ ਰਹੀ ਹੈ ਜਾਂ ਕੋਈ। ਪਲੱਸ ਮੈਨੂੰ ਨਾਲ ਇੱਕ ਚੀਜ਼ ਹੁੰਦਾ, ਮੈਂ ਉੱਥੇ ਰਹਿੰਦਾ, ਮੈਨੂੰ ਲੱਗਦਾ ਜਿਵੇਂ ਸਾਰੇ ਬੱਚੇ ਆ ਰਹੇ, ਉਹ ਮੇਰੇ ਬੱਚੇ ਤੁਹਾਡੇ ਉਮਰ ਦੇ ਹੀ ਹੈਗੇ ਸਾਰੇ, ਅਤੇ ਮਤਲਬ ਜਿਹੜੇ ਪੇਰੈਂਟਸ ਦੀ ਹਾਰਡ ਅਰਨਡ ਮਨੀ ਹੈ ਜਿਹੜੀ ਉਹ ਤੁਹਾਡੇ 'ਤੇ ਲਗਾ ਰਹੇ ਹੈ, ਫਿਰ ਮੈਨੂੰ ਵੀ ਹੁੰਦਾ ਇੱਕ ਬੱਚੇ ਨੂੰ ਸਹੀ ਗਾਈਡੈਂਸ ਮਿਲੇ, ਉਹਨੂੰ ਸਹੀ ਕੋਰਸ ਮਿਲਣਾ ਚਾਹੀਦਾ, ਉਹ ਚਾਹੇ ਸਾਡੇ ਕਾਲਜ ਹੋਏ ਚਾਹੇ ਕਿਸੇ ਹੋਰ ਕਾਲਜ ਹੋਏ, ਬਟ ਸਹੀ ਕਰੀਅਰ ਓਰੀਐਂਟਡ ਕੋਰਸ ਮਿਲਣਾ ਚਾਹੀਦਾ ਤਾਂ ਕਿ ਉਹ ਪੜ੍ਹਨ ਤੋਂ ਬਾਅਦ ਤੁਸੀਂ ਇੱਕ ਸਕਸੈਸਫੁਲ ਆਦਮੀ ਬਣ ਸਕੋ, ਸਕਸੈਸਫੁਲ ਤੁਸੀਂ ਤੁਹਾਡੀ ਲਾਈਫ ਹੋ ਸਕੇ, ਅਤੇ ਤੁਹਾਡੇ ਪੇਰੈਂਟਸ ਵੀ ਫਿਰ ਖੁਸ਼ ਹੋਣਗੇ ਵੀ ਸਾਡੇ ਬੱਚੇ ਨੇ ਕੁਝ ਕੀਤਾ ਜਾ ਕੇ। ਪਲੱਸ ਨਿਊਜ਼ੀਲੈਂਡ ਦੀ ਸਭ ਤੋਂ ਵਧੀਆ ਚੀਜ਼ ਹੈ ਐਜੂਕੇਸ਼ਨ ਬਹੁਤ ਵਧੀਆ ਹੈਗੀ ਹੈ। ਆਪਣਾ ਇੰਡੀਅਨ ਸਿਸਟਮ ਇਜ਼ ਕ੍ਰੈਮਿੰਗ ਬੇਸਡ ਸਿਸਟਮ, ਬਟ ਜਿਹੜਾ ਨਿਊਜ਼ੀਲੈਂਡ ਐਜੂਕੇਸ਼ਨ ਸਿਸਟਮ ਹੈ ਉਹ ਹੈਗਾ ਕੰਪੀਟੈਂਸੀ ਅਸੈਸਮੈਂਟ ਬੇਸਡ ਸਿਸਟਮ। ਵਾਟ ਐਵਰ ਵੀ ਟੀਚ ਯੂ, we make sure you apply that practically so that it becomes permanent in your head। ਫਿਰ ਤੁਸੀਂ ਉਹ ਸਾਰੀ ਉਮਰ ਕਦੀ ਭੁੱਲਦੇ ਨਹੀਂ ਹੈਗੇ। ਪਲੱਸ ਟੀਚਰ ਪੜ੍ਹਾਉਂਦੇ ਬੜੇ ਵਧੀਆ ਸਟਾਈਲ ਨਾਲ, ਤੁਹਾਡੇ ਲੈਕਚਰਸ ਹੁੰਦੇ ਆ, ਫਿਰ ਉਸ ਤੋਂ ਬਾਅਦ ਤੁਹਾਡੇ ਟਿਊਟੋਰੀਅਲਸ ਹੁੰਦੇ ਆ ਕਿ ਉਹਦੇ 'ਚ ਤੁਹਾਨੂੰ ਸਮਝਣਾ ਹੈ, ਫਿਰ ਲਰਨਿੰਗ ਸਪੋਰਟ ਅਵੇਲੇਬਲ ਹੁੰਦੀ ਹੈ, ਤੁਸੀਂ 1-on-1 ਟਿਊਸ਼ਨ ਵੀ ਲੈ ਸਕਦੇ ਹੋ, ਫਿਰ ਲਾਇਬ੍ਰੇਰੀ ਦੇ ਬਹੁਤ ਰਿਸੋਰਸਿਸ ਹੁੰਦੇ ਹੈਗੇ ਆ, ਫਿਰ ਉਹਨਾਂ ਦਾ ਕਰੀਅਰ ਐਂਡ ਇੰਪਲੋਏਬਿਲਿਟੀ ਸਪੋਰਟ ਬੜੀ ਹੁੰਦੀ ਹੈਗੀ ਹੈ। ਮਤਲਬ ਇਸ ਮਾਮਲੇ ਦਾ ਇਹਨੂੰ ਕਹਿੰਦੇ ਪੈਸਟਰਲ ਕੇਅਰ ਕੋਡ, ਉਹ ਬਹੁਤ ਵਧੀਆ ਹੁੰਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਬੱਚੇ ਇੰਨੀ ਦੂਰੋਂ ਦੂਰੋਂ ਨਿਊਜ਼ੀਲੈਂਡ ਆ ਰਹੇ ਹੈ ਅਤੇ ਉਹਨਾਂ ਦਾ ਧਿਆਨ ਰੱਖਣਾ ਇੱਕ ਬਹੁਤ ਜ਼ਰੂਰੀ ਹੈ। 24/7 ਤੁਹਾਡੇ ਕੋਲ ਹੈਲਪਲਾਈਨ ਹੁੰਦੀ ਹੈ, ਕਦੀ ਕੋਈ ਪ੍ਰੋਬਲਮ ਆ ਜਾਏ ਇਮੀਡੀਏਟਲੀ ਕੋਈ ਨਾ ਕੋਈ ਕਾਲਜ ਦਾ ਬੰਦਾ ਤੁਹਾਨੂੰ ਕੰਟੈਕਟ ਕਰਦਾ ਹੈ। ਅਤੇ ਓਵਰਆਲ ਉਸ ਮਾਮਲੇ ਦੇਖਿਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਬੱਚੇ ਵੀ ਨਹੀਂ ਲੈਣੇ, ਜਿਵੇਂ ਇਸ ਟਾਈਮ ਆਸਟ੍ਰੇਲੀਆ ਅਤੇ ਕੈਨੇਡਾ ਬਹੁਤ ਬੱਚੇ ਜਾ ਰਹੇ, ਉਹ ਵੀ ਵਧੀਆ ਕੰਟਰੀ ਹੈ, ਮੈਂ ਨਹੀਂ ਕਹਿੰਦਾ ਮਾੜੀਆਂ, ਵਧੀਆ ਕੰਟਰੀ ਹੈ, ਜਿੰਨੇ ਜਿੱਥੇ ਜਾਣਾ ਉੱਥੇ ਜਾਊਗਾ। ਬਟ ਨਿਊਜ਼ੀਲੈਂਡ ਇੱਕ ਛੋਟੀ ਜਿਹੀ ਬੁਟੀਕ ਕੰਟਰੀ ਹੈ, ਉਹਨੇ ਥੋੜ੍ਹੇ ਹੀ ਬੱਚੇ ਲੈਣੇ ਹੈ ਤਾਂ ਕਿ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲ ਸਕੇ। ਬਿਲਕੁਲ ਜੀ। ਬਾਕੀ ਮੈਂ ਇੱਕ ਚੀਜ਼ ਇਹ ਵੀ ਜਾਣਨਾ ਚਾਹਾਂਗਾ ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਉਹ ਕਹਿੰਦੇ ਨੇ ਨਹੀਂ ਜੀ ਅਸੀਂ ਆਕਲੈਂਡ ਹੀ ਜਾਣਾ ਹੈ, ਅਸੀਂ ਰੀਜਨਲ ਏਰੀਆ 'ਚ ਨਹੀਂ ਜਾਣਾ। ਪਰ ਰੀਜਨਲ ਏਰੀਆ ਦੇ ਕੁਝ ਬੈਨੀਫਿਟਸ ਵੀ ਹੁੰਦੇ ਨੇ ਕਿਉਂਕਿ ਅਗਰ ਤੁਸੀਂ ਕਿਉਂਕਿ ਜਿਵੇਂ ਸਰ ਨੇ ਦੱਸਿਆ ਕਿ ਨਿਊਜ਼ੀਲੈਂਡ ਬਹੁਤ ਵੱਡਾ ਨਹੀਂ ਹੈ। ਅਗਰ ਤੁਸੀਂ ਕਿਸੇ ਵੀ ਜਗ੍ਹਾ 'ਤੇ ਆਪਣੀ ਸਟੱਡੀ ਕਰਦੇ ਹੋ ਤਾਂ ਉੱਥੋਂ ਤੁਸੀਂ ਆਕਲੈਂਡ ਜਾਣਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ, ਜਾਂ ਤੁਸੀਂ ਕਿਸੇ ਵੀ ਵੱਡੀ ਸਿਟੀ ਜਾਣਾ ਚਾਹੁੰਦੇ ਹੋ ਤਾਂ ਜ਼ਿਆਦਾ ਟਾਈਮ ਨਹੀਂ ਲੱਗੇਗਾ। ਬਟ ਕੀ ਇਹਦਾ ਸਾਨੂੰ ਜਿਹੜਾ ਹੈ ਅੱਗੇ PR ਦੇ ਵਿੱਚ ਜਾਂ ਅੱਗੇ ਕੋਈ ਵਰਕ ਪਰਮਿਟ ਲੈਣ ਦੇ ਵਿੱਚ ਬੈਨੀਫਿਟ ਹੁੰਦਾ ਹੈ? ਇਹ ਟਿਪੂਗੀਗਾ 'ਚ ਤਾਂ ਥੋੜ੍ਹਾ ਜਿਹਾ ਇਹ ਹੋਇਆ, ਉਹਨਾਂ ਨੇ ਰੀਜਨ 'ਚ ਥੋੜ੍ਹਾ ਜਿਹਾ ਸਟੱਡੀ ਗ੍ਰਾਂਟਸ ਜ਼ਿਆਦਾ ਦਿੱਤੀਆਂ, ਥੋੜ੍ਹੀ ਜਿਹੀ ਫੀਸ ਘੱਟ ਹੈਗੀ ਹੈ ਰੀਜਨ 'ਚ, ਆਕਲੈਂਡ ਥੋੜ੍ਹੀ ਜਿਹੀ ਜ਼ਿਆਦਾ ਹੈ। ਅਤੇ ਅੱਜ ਦੀ ਜਿਵੇਂ ਡੇਟ ਵਿੱਚ ਪੋਲਿਸੀ ਹੈ ਜਿਹੜੀ ਸਕਿਲਡ ਮਾਈਗ੍ਰੈਂਟ ਕੈਟਾਗਰੀ ਪੋਲਿਸੀ, ਉਹਦੇ 'ਚੋਂ ਇਹ ਕਹਿੰਦੇ ਅਗਰ ਤੁਹਾਨੂੰ ਆਊਟ ਆਫ ਆਕਲੈਂਡ ਜੋਬ ਮਿਲਦੀ ਹੈ ਤਾਂ 30 ਬੋਨਸ ਪੁਆਇੰਟਸ ਹੈ PR ਦੇ। ਬਟ ਸੇਇੰਗ ਦੈਟ ਜੇ ਤੁਹਾਡੇ ਕੋਈ ਰਿਲੇਟਿਵ ਹੈਗੇ ਆ ਜਾਂ ਕੋਈ ਹੈਗੇ ਆਕਲੈਂਡ ਰਹਿੰਦੇ ਆ ਫਿਰ ਤੁਹਾਡਾ ਉੱਥੇ ਜਾਣਾ ਬਣਦਾ ਹੈ। ਆਕਲੈਂਡ ਗਵਰਨਮੈਂਟ ਇੰਸਟੀਚਿਊਟ ਵੀ ਬੜੇ ਵਧੀਆ ਹੈ, ਪ੍ਰਾਈਵੇਟ ਇੰਸਟੀਚਿਊਟ ਵੀ 2-3 ਬੜੇ ਵਧੀਆ ਹੈਗੇ, ATMC ਹੈਗਾ ਜਿਵੇਂ ਜਿਨ੍ਹਾਂ ਕੋਲ ਡਿਗਰੀਜ਼ ਹੈਗੀਆਂ, ਉਹਨਾਂ ਦੀ ਫੀਸ ਥੋੜ੍ਹੀ ਘੱਟ ਹੈ, ਬੜਾ ਵਧੀਆ ਗਰੁੱਪ ਮੈਨੇਜਮੈਂਟ ਦੀ ਡਿਜੀਟਲ ਮੀਡੀਆ ਦੀ ਡਿਗਰੀ ਹੈਗੀ ਹੈ। ਇੱਦਾਂ ਇੱਕ ਇੰਪੀਰੀਅਲ ਕਾਲਜ ਹੈਗਾ, ਉਹਨਾਂ ਕੋਲ ਕੰਸਟਰਕਸ਼ਨ ਮੈਨੇਜਮੈਂਟ, ਕੁਆਂਟਿਟੀ ਸਰਵੇਇੰਗ, ਗ੍ਰੀਨ ਲਿਸਟ ਵਾਲੇ ਡਿਪਲੋਮਾ ਨੇ, 2 ਸਾਲ ਦਾ ਡਿਪਲੋਮੇ ਬਾਅਦ 2 ਸਾਲ ਦਾ ਵਰਕ ਪਰਮਿਟ। ਪ੍ਰਾਈਵੇਟ ਇੰਸਟੀਚਿਊਟ ਥੋੜ੍ਹੀ ਜਿਹੀ ਫੀਸ ਘੱਟ ਹੁੰਦੀ ਹੈ, ਉਹ ਫਿਰ ਤੁਹਾਡੇ ਸਰ ਤੁਹਾਨੂੰ ਦੱਸ ਸਕਦੇ ਆ ਫੰਡਿੰਗ ਦੇ ਹਿਸਾਬ ਨਾਲ, ਜੇ ਤੁਹਾਡੀ ਫੰਡਿੰਗ ਠੀਕ ਬਣਦੀ ਹੈ ਤੁਸੀਂ ਗਵਰਨਮੈਂਟ ਇੰਸਟੀਚਿਊਟ 'ਚ ਆ ਸਕਦੇ ਹੋ, ਜੇ ਤੁਹਾਡੀ ਫੰਡਿੰਗ ਥੋੜ੍ਹੀ ਘੱਟ ਰਹਿੰਦੀ ਹੈ ਫਿਰ ਤੁਸੀਂ ਪ੍ਰਾਈਵੇਟ 'ਚ ਜਾ ਸਕਦੇ ਹੋ। ਕੁਆਲਿਟੀ ਆਫ ਐਜੂਕੇਸ਼ਨ 'ਚ ਕੋਈ ਕੰਪਰੋਮਾਈਜ਼ ਨਹੀਂ ਕਿਉਂਕਿ ਉਹ ਸਾਰੀ ਜਿਹੜੀ ਇਹਨਾਂ ਨੂੰ ਮੋਨੀਟਰ ਕਰਦੀ ਹੈ NZQ ਹੈ, ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਇਹਨਾਂ ਨੂੰ ਮੋਨੀਟਰ ਕਰਦੀ ਹੈ ਅਤੇ ਉਹ ਮੇਕ ਸ਼ੋਰ ਵੀ ਕੁਆਲਿਟੀ ਸੇਮ ਹੋਣੀ ਚਾਹੀਦੀ ਹੈਗੀ।
ਤਾਂ ਇਸੇ ਨਾਲ ਹੀ ਦੇਖੋ ਅੱਜ ਬਹੁਤ ਵਧੀਆ ਡਿਸਕਸ਼ਨ ਹੋਈ ਹੈ ਸਰ ਨਾਲ, ਔਰ ਬਹੁਤ ਵਧੀਆ ਲੱਗਿਆ ਸਾਨੂੰ ਕਿ ਅਸੀਂ ਇਹਨਾਂ ਨੂੰ ਹਮੇਸ਼ਾ ਸੁਣਦੇ ਹਾਂ, ਕਿਉਂਕਿ ਦੇਖੋ ਜਿੰਨਾ ਸੁਣਨਾ ਤੁਹਾਨੂੰ ਪਸੰਦ ਹੋਏ ਉਨਾ ਜ਼ਿਆਦਾ ਤੁਸੀਂ ਨੌਲੇਜ ਗੇਨ ਕਰ ਸਕਦੇ ਹੋ। ਤੇ ਇਸ ਕਰਕੇ ਨਿਊਜ਼ੀਲੈਂਡ ਦੇ ਬਾਰੇ ਜਿਹੜਾ ਹੈ ਬਹੁਤ ਅੱਛੀ ਇਨਫੋਰਮੇਸ਼ਨ ਮਿਲੀ ਅੱਜ ਸਾਨੂੰ, ਔਰ ਮੈਂ ਉਮੀਦ ਕਰਦਾ ਕਿ ਸਾਰੇ ਸਰੋਤਿਆਂ ਨੂੰ ਬੜੀ ਅੱਛੀ ਇਨਫੋਰਮੇਸ਼ਨ ਮਿਲੀ ਹੋਏਗੀ। ਔਰ ਇਸੇ ਦੇ ਨਾਲ ਹੀ ਅਸੀਂ ਵਿਦਾ ਲਵਾਂਗੇ। ਅਗਰ ਤੁਹਾਡੀ ਕੋਈ ਵੀ ਇਨਕੁਆਇਰੀ ਹੈਗੀ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਸ਼ੂ ਹੈਗਾ ਨਿਊਜ਼ੀਲੈਂਡ ਨੂੰ ਲੈ ਕੇ, ਤੁਸੀਂ ਮੇਰੀ ਟੀਮ ਨੂੰ ਔਰ ਨੀਚੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ, ਔਰ ਤੁਹਾਡੀ ਜਿਹੜੀ ਹਰ ਸੋਲੂਸ਼ਨ ਅਸੀਂ ਤੁਹਾਡੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਕਰਕੇ ਜਿਹੜਾ ਤੁਹਾਡਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ, ਔਰ ਤੁਸੀਂ ਆਪਣੀ ਫੈਮਿਲੀ ਨਾਲ ਇਕੱਲੇ ਜਾਂ ਜਿਸ ਤਰ੍ਹਾਂ ਵੀ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਔਰ ਇਸੇ ਨਾਲ ਹੀ ਅਸੀਂ ਵਿਦਾ ਲਵਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।